सच्चे बल जन्मो सजन सच्चा पात साहो हो। जिस पास बैठिया जिस पास बैठिया सबना दा साहो। ओट जन्म भरमत अबहारे सुन बेनती हरिओ शर्म रख राखन हारे। सुन बेनती गिनती तजे और पे प्रसन्न सोडी सिर मौर। वाहिगुरु जी का खालसा वाहिगुरु जी की फतेह। सतगुरां दी साजी नवाजी गुरु की संगत ਆਪਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਭਾਈ ਨੰਦ ਲਾਲ ਜੀ ਸਤਿਗੁਰਾਂ ਦੀ ਮਹਿਮਾ ਸੁਣ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ। ਮਨ ਦਾ ਮਨੋਰਥ ਇਹ ਹੈ ਕਿ ਸਤਿਗੁਰੂ ਜੀ ਮੈਨੂੰ ਆਪ ਆਪਣੇ ਕੋਲ ਬੁਲਾਉਣ ਅਤੇ ਮੇਰੇ ਮਨ ਵਿੱਚ ਸੰਕਲਪ ਕੀ ਹੈ ਉਹ ਮਹਾਰਾਜ ਮੈਨੂੰ ਆਪੇ ਦੱਸਣ। ਅਨੰਦਪੁਰ ਸਾਹਿਬ ਆ ਕੇ ਟਿਕੇ ਨੇ, ਕੁਝ ਦਿਨ ਲੰਘੇ ਨੇ। ਸਤਿਗੁਰਾਂ ਨੇ ਇੱਕ ਸਿੱਖ ਨੂੰ ਭੇਜ ਕੇ ਭਾਈ ਨੰਦ ਲਾਲ ਨੂੰ ਆਪਣੇ ਕੋਲ ਬੁਲਾਇਆ। ਭਾਈ ਨੰਦ ਲਾਲ ਜੀ ਸਤਿਗੁਰਾਂ ਦੇ ਦਰਸ਼ਨ ਕਰਕੇ ਬੇਅੰਤ ਉਪਮਾ ਕੀਤੀ, ਵਡਿਆਈ ਕੀਤੀ ਹੈ। ਸਤਿਗੁਰੂ ਪ੍ਰਸੰਨ ਹੋ ਕੇ ਭਾਈ ਨੰਦ ਲਾਲ ਦੇ ਵੱਲ ਤੱਕਿਆ। ਅੱਗੋਂ ਕੀ ਬਚਨ ਕਰਦੇ ਉਹ ਅੱਜ ਆਪਾਂ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ। सुन बिनती गिनती तज और। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਦੋਂ ਬੇਨਤੀਆਂ ਸੁਣੀਆਂ ਨਾ ਭਾਈ ਨੰਦ ਲਾਲ ਦੀਆਂ, ਸਤਿਗੁਰੂ ਆਪ ਸਮਰੱਥ ਹੋ, ਆਪ ਸਰਬੱਗ ਹੋ, ਤੇ ਸਤਿਗੁਰੂ ਨੇ ਬਾਕੀ ਗਿਣਤੀਆਂ ਬਾਕੀ ਧਿਆਨ ਛੱਡ ਕੇ ਉਸ ਵੇਲੇ ਤੇ ਭਾਈ ਨੰਦ ਲਾਲ ਦੇ ਵੱਲ ਮਹਾਰਾਜ ਨੇ ਆਪਣਾ ਧਿਆਨ ਕੀਤਾ ਹੈ। ਇਹ ਪ੍ਰਸੰਨ ਸੋਢੀ ਸਿਰ ਮੌਰ। ਸੋਢੀਆਂ ਦੇ ਕੁਲ ਦੇ ਸ਼੍ਰੋਮਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਵੇਲੇ ਬੜੇ ਪ੍ਰਸੰਨ ਹੋਏ। ਭਾਈ ਨੰਦ ਲਾਲ ਦੇ ਉੱਪਰ ਬਹੁਤੇ ਖੁਸ਼ ਹੋਏ ਹਨ। ਕਿਰਪਾ ਦ੍ਰਿਸ਼ਟ ਸੋ ਦੇਖਣ ਕਰਿਓ। ਸਤਿਗੁਰੂ ਨੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ, ਮਿਹਰ ਦੀ ਨਜ਼ਰ ਦੇ ਨਾਲ ਤੱਕਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਪਰ ਉਸ ਇੱਕ ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਪ੍ਰਸੰਨਤਾ ਨਾਲ ਹੁੰਦੀ ਹੈ। ਇਹ ਗੁਰਬਾਣੀ ਦਾ ਨਿਚੋੜ ਹੈ। ਸਾਰੀ ਗੁਰਬਾਣੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਪੜ੍ਹੀਏ, ਉਹਦਾ ਨਿਚੋੜ ਇਹ ਹੈ, ਉਹਦਾ ਤੱਤ ਇਹ ਹੈ, ਉਹਦਾ ਸਿਧਾਂਤ ਇਹ ਹੈ ਵੀ ਪਰਮਾਤਮਾ ਇੱਕ ਹੈ। ਉਸ ਇੱਕ ਪਰਮਾਤਮਾ ਨੂੰ ਜੇ ਪਾਉਣਾ ਚਾਹਣਾ ਤੇ ਗੁਰੂ ਦੀ ਪ੍ਰਸੰਨਤਾ ਜ਼ਰੂਰੀ ਹੈ। ਗੁਰ ਪ੍ਰਸਾਦ, ਗੁਰੂ ਦੀ ਮਿਹਰ ਤਾਂ ਮਿਲਦਾ, ਉਹ ਮਿਲਦਾ ਨਹੀਂ। ਹੁਣ ਇੱਥੇ ਗੁਰੂ ਦੀ ਮਿਹਰ ਹੋਣ ਲੱਗੀ ਹੈ, ਮਹਾਰਾਜ ਖੁਸ਼ ਹੋ ਗਏ। ਸਤਿਗੁਰ ਪ੍ਰਸਾਦ, ਇੱਥੇ ਗੁਰੂ ਦੀ ਪ੍ਰਸਾਦ ਕਿਰਪਾ ਹੋਣ ਲੱਗੀ। ਮਹਾਰਾਜ ਨੰਦ ਲਾਲ ਦੇ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਹਨ। ਹਮ ਅਗਿਆਨ ਸੋ ਤਿਸ ਪਰ ਹਰਿਓ। ਮਹਾਰਾਜ ਦੀ ਦ੍ਰਿਸ਼ਟੀ ਪਵੇ ਤੇ ਅਗਿਆਨ ਰਹਿ ਨਹੀਂ ਸਕਦਾ। ਜੇ ਸੂਰਜ ਚੜ ਜਾਵੇ ਨਾ ਗੁਰਮੁਖੋ ਤੇ ਹਨੇਰਾ ਨਹੀਂ ਜੇ ਰਹਿੰਦਾ। ਸੂਰਜ ਨੂੰ ਵੇਖਦਿਆਂ ਹਨੇਰਾ ਦੌੜ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੱਕਣੀ ਜਿੱਧਰ ਨੂੰ ਹੋ ਜਾਵੇ ਨਾ ਉਧਰ ਫਿਰ ਅਗਿਆਨਤਾ ਦਾ ਹਨੇਰਾ ਨਹੀਂ ਰਹਿੰਦਾ, ਭਰਮ ਦਾ ਹਨੇਰਾ ਨਹੀਂ ਰਹਿੰਦਾ। ਭਰਮ ਕੇ ਪੜਦੇ ਸਤਿਗੁਰ ਖੋਲੇ। ਮਹਾਰਾਜ ਭਰਮ ਦੇ ਪਰਦੇ ਖੋਲ ਕੇ ਪਰੇ ਕਰ ਦਿੰਦੇ। ਨਾ ਭਰਮ ਰਹਿ ਜਾਂਦਾ, ਨਾ ਅਗਿਆਨਤਾ ਰਹਿ ਜਾਂਦੀ। ਐਸੀ ਕਿਰਪਾ ਕਰਦੇ ਹਨ। ਮੋਹ ਮਹਾ ਨੀਂਦ ਮਹਿ ਸੋਵਾ। ਸੋ ਆਪਾਂ ਜਿੰਨੇ ਵੀ ਆ ਨਾ ਗੁਰਮੁਖੋ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਆ। ਕਦੇ ਪਰਿਵਾਰ ਦਾ ਮੋਹ, ਕਦੇ ਸੰਸਾਰ ਦਾ ਮੋਹ, ਕਦੇ ਸਾਗ ਸੰਬੰਧੀਆਂ ਦਾ ਮੋਹ, ਕਦੇ ਪਦਾਰਥਾਂ ਦਾ ਮੋਹ, ਕਦੇ ਘਰ-ਬਾਰ ਦਾ ਮੋਹ।
ਮੋਹ ਦੀ ਇਹੋ ਜੀ ਨੀਂਦ ਆਈ ਹੈ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਇਹ ਮੋਹ ਦੀ ਨੀਂਦ ਵਿੱਚ ਉਦੋਂ ਉਠਾਂਗੇ ਜਦੋਂ ਜਮਾਂ ਨੇ ਸਿਰ ਵਿੱਚ ਡੰਡਾ ਮਾਰਨਾ। ਕਹਿਣ ਤੋਂ ਭਾਵ ਕਿ ਜਦੋਂ ਜਾਣ ਦਾ ਸਮਾਂ ਆਵੇਗਾ ਉਦੋਂ ਜਾਗ ਆਵੇਗੀ। ਹੁਣ ਕੋਈ ਬੰਦਾ ਸੁਤਾ ਰਵੇ ਤੇ ਜਿੰਨਾ ਸਮਾਂ ਮਿਲਿਆ ਸੌਂ ਕੇ ਕੱਢ ਦੇਵੇ ਤੇ ਉੱਠ ਕੇ ਕੀ ਕਰੇਗਾ? ਕੋਈ ਲੈਣ ਵਾਲਾ ਆ ਜਾਵੇ ਤੇ ਉੱਠ ਕੇ ਨਾਲ ਹੀ ਤੁਰਨਾ ਪਵੇਗਾ ਨਾ। ਘਰ ਦੇ ਕੰਮ ਤੇ ਉਵੇਂ ਹੀ ਰਹਿ ਗਏ। ਜਿਹੜੇ ਸਮੇਂ ਘਰ ਦਾ ਕੰਮ ਕਰਨਾ ਸੀ ਉਹ ਸਮਾਂ ਤੇ ਸੁੱਤਾ ਰਹਿ ਗਿਆ, ਤੇ ਨਾਲ ਲੈ ਕੇ ਜਾਣ ਵਾਲੇ ਜਦੋਂ ਸਮਾਂ ਆ ਗਿਆ ਤੇ ਉੱਠ ਕੇ ਤੁਰ ਪਿਆ। ਗੁਰਮੁਖੋ ਇਸੇ ਤਰ੍ਹਾਂ ਇਹ ਸੰਸਾਰ ਵਿੱਚ ਜਦੋਂ ਨਾਮ ਜਪਣਾ ਸੀ ਨਾ, ਉਦੋਂ ਤੇ ਅਸੀਂ ਮੋਹ ਦੀ ਨੀਂਦ ਵਿੱਚ ਸੁੱਤੇ ਰਹੇ, ਤੇ ਜਦੋਂ ਜਮਾ ਦਾ ਬੁਲਾਵਾ ਆ ਗਿਆ ਫਿਰ ਜਾਗ ਆਈਏ। ਹੁਣ ਜਾਗ ਕੇ ਕੀ ਕਰੇਗਾ? ਹੁਣ ਤੇ ਸਮਾਂ ਆ ਗਿਆ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਉਹ ਬਾਰ ਉਹ ਕੱਢ ਦਿੱਤਾ, ਅਵਸਰ ਕੱਢ ਦਿੱਤਾ, ਸਮਾਂ ਕੱਢ ਦਿੱਤਾ, ਹੱਥੀਂ ਰਿਹਾ ਨਹੀਂ। ਹੁਣ ਪ੍ਰਾਪਤੀ ਕੁਝ ਨਹੀਂ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਨੇ ਮਿਹਰ ਦੀ ਨਜ਼ਰ ਜਿਸ ਵੇਲੇ ਫੇਰੀ ਹੈ, ਮੋਹ ਮਹਾ ਨੀਂਦ ਮੈਂ ਸੋਵਾ। ਮੋਹ ਦੀ ਨੀਂਦ ਵਿੱਚ ਆਪਾਂ ਵੀ ਸੁੱਤੇ ਹਾਂ, ਭਾਈ ਨੰਦ ਲਾਲ ਵੀ ਸੁੱਤਾ ਹੋਇਆ। ਤੇ ਗੁਰ ਪ੍ਰਸਾਦ ਫਿਰ ਜਦੋਂ ਹੋ ਜਾਂਦਾ ਹੈ, ਗੁਰੂ ਦੀ ਕਿਰਪਾ ਹੁੰਦੀ, ਫਿਰ ਮੋਹ ਦੀ ਨੀਂਦ ਵਿੱਚੋਂ ਮਹਾਰਾਜ ਉਠਾ ਲੈਂਦੇ ਹਨ। ਜਾਗਤ ਭਇਓ ਗੁਰੂ ਰਵ ਜੋਵਾ। ਤੇ ਫਿਰ ਮੋਹ ਦੀ ਨੀਂਦ ਵਿੱਚੋਂ ਜਦੋਂ ਜਾਗੇ ਨਾ ਭਾਈ ਨੰਦ ਲਾਲ ਜੀ, ਜਦੋਂ ਆਪਾਂ ਸੁੱਤੇ ਉੱਠੀਏ ਤੇ ਸਾਹਮਣੇ ਸੂਰਜ ਦਿਸੇ ਤੇ ਫਿਰ ਪ੍ਰਕਾਸ਼ ਹੀ ਪ੍ਰਕਾਸ਼ ਦਿਸਦਾ। ਭਾਈ ਨੰਦ ਲਾਲ ਜਦੋਂ ਮੋਹ ਦੀ ਨੀਂਦ ਤੋਂ ਉੱਠੇ, ਸਾਹਮਣੇ ਗੁਰੂ ਰੂਪੀ ਸੂਰਜ ਦੇ ਤੇਜ ਪ੍ਰਤਾਪ ਨੂੰ ਵੇਖਿਆ, ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਹਨ। ਹੱਥ ਜੋੜ ਬੋਲਿਓ ਤਿਸ ਕਾਲ। ਉਸ ਵੇਲੇ ਭਾਈ ਨੰਦ ਲਾਲ ਨੇ ਹੱਥ ਜੋੜ ਲਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਨਾ। ਜਦੋਂ ਮਹਾਰਾਜ ਨੇ ਮਿਹਰ ਕਰ ਦਿੱਤੀ ਨਾ, ਅਗਿਆਨਤਾ ਤੇ ਭਰਮ ਦਾ ਹਨੇਰਾ ਖਤਮ ਕਰ ਦਿੱਤਾ, ਮੋਹ ਦੀ ਨੀਂਦ ਤੋਂ ਜਗਾ ਕੇ ਬਖਸ਼ਿਸ਼ਾਂ ਕਰ ਦਿੱਤੀਆਂ, ਤੇ ਭਾਈ ਨੰਦ ਲਾਲ ਜੀ ਉਸ ਵੇਲੇ ਹੱਥ ਜੋੜ ਕੇ ਫਿਰ ਬੇਨਤੀ ਕਰਦੇ, ਨਾਨਕ ਨਦਰੀ ਨਦਰ ਨਿਹਾਲ। ਗੁਰਬਾਣੀ ਦਾ ਮਹਾਵਾਕ ਹੈ, ਜਿਸ ਵੇਲੇ ਸਤਿਗੁਰਾਂ ਦੀ ਨਜ਼ਰ ਹੁੰਦੀ ਹੈ ਨਾ, ਗੁਰਮੁਖੋ ਕਿਰਪਾ, ਜਾਂ ਕਹਿ ਲਈਏ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਮਿਹਰ ਹੁੰਦੀ ਹੈ, ਤੇ ਫਿਰ ਨਿਹਾਲ 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 ਹੋ ਜਾਈਦਾ। ਨਾਨਕ ਨਦਰੀ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨਕਾਰ। ਮਹਾਰਾਜ ਦੇ ਬਚਨ, ਜਿਨ੍ਹਾਂ ਦੇ ਉੱਪਰ ਹੋਵੇ ਕਰਮ, ਕਰਮ ਨਾਮ ਬਖਸ਼ਿਸ਼, ਜਿਨ੍ਹਾਂ ਦੇ ਉੱਪਰ ਗੁਰੂ ਦੀ ਬਖਸ਼ਿਸ਼ ਹੋਵੇ ਉਹਨਾਂ ਦੇ ਉੱਪਰ ਗੁਰੂ ਫਿਰ ਮਿਹਰ ਦੀ ਨਜ਼ਰ ਰੱਖਦਾ ਹੈ। ਜਿਹਦੇ ਉੱਪਰ ਮਿਹਰ ਦੀ ਨਜ਼ਰ ਹੁੰਦੀ ਹੈ ਉਹ ਨਿਹਾਲ ਹੋ ਜਾਂਦਾ, ਉਹਦੇ ਜਨਮ ਸਫਲੇ ਹੋ ਗਏ। ਭਾਈ ਨੰਦ ਲਾਲ ਦੇ ਵੱਲ ਤੱਕਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਿਹਾਲ ਕਰ ਦਿੱਤਾ ਹੈ। ਕਿਰਪਾ ਪਾਏ ਸਤਿਗੁਰ ਕੇਰੀ। ਇਸ ਤਰ੍ਹਾਂ ਮਹਾਰਾਜ ਦੀ ਕਿਰਪਾ ਪਾਈ ਭਾਈ ਨੰਦ ਲਾਲ ਨੇ। ਰਹਿਓ ਨਿਕਟ ਮਨ ਪ੍ਰੀਤ ਕਨੇਰੀ। ਕੁਝ ਸਮਾਂ ਮਹਾਰਾਜ ਦੇ ਕੋਲ ਹੀ ਰਹਿ ਪਿਆ, ਪ੍ਰੇਮ ਬਣ ਗਿਆ ਨਾ। ਗੁਰਮੁਖੋ ਜਿੱਥੋਂ ਕਿਤੇ ਉਹ ਦਾਤ ਮਿਲੇ ਤੇ ਪ੍ਰੇਮ ਤੇ ਬਣੇਗਾ। ਔਰ ਜਿਹੜੀ ਦਾਤ ਗੁਰੂ ਕੋਲੋਂ ਮਿਲੀ ਹੈ ਇਹ ਤੇ ਕਿਤੇ ਉਹ ਮਿਲਣੀ ਵੀ ਨਹੀਂ, ਭਾਵੇਂ ਆਪਾਂ ਲੱਖਾਂ ਹਜ਼ਾਰਾਂ ਰੁਪਈਏ ਖਰਚ ਦਈਏ। ਜਿਹੜੀ ਦਾਤ ਗੁਰੂ ਨੇ ਦੇਣੀ ਹੈ ਉਹ ਦਾਤ ਕੋਈ ਦੇ ਨਹੀਂ ਸਕਦਾ। ਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਐਸੀ ਬਖਸ਼ਿਸ਼ ਹੋਈ, ਹੁਣ ਗੁਰੂ ਦਾ ਬਣ ਕੇ ਰਹਿ ਗਿਆ ਹੈ। ਤਾਓ ਕਸੌਟੀ ਬਿਨਮਲ ਖੋਵਾ। ਕਹਿਣ ਲੱਗੇ ਇਹ ਕਸਵੱਟੀ ਰੂਪ ਤਾਓ ਜਿਹੜਾ ਸੀ, ਇਹਦੇ ਤੋਂ ਬਿਨਾ ਮਲ ਖੋਵਾ, ਮੈਲ ਉਤਰ ਗਈ ਹੈ। ਕਸੌਟੀ ਤੇ ਤਾਓ ਤੋਂ ਬਿਨਾ ਹੀ ਮੈਲ ਨਾਸ ਹੋ ਗਈ। ਗੁਰੂ ਐਸਾ ਹੈ, ਜੇ ਚਾਹਵੇ ਤੇ ਗੁਰੂ ਕਸਵੱਟੀ ਵੀ ਪਾ ਸਕਦਾ, ਜਿਵੇਂ ਭਾਈ ਮੰਝ ਦੇ ਉੱਪਰ ਪਾਈ ਹੈ। ਮਹਾਰਾਜ ਜੇ ਚਾਹੁਣ ਤੇ ਕਸਵੱਟੀ ਵੀ ਪਾ ਦਿੰਦੇ, ਜੇ ਪਰਖ ਲੈਣੀ ਚਾਹੁਣ, ਤੇ ਜੇ ਸਤਿਗੁਰੂ ਚਾਹੁਣ ਤੇ ਬਿਨਾਂ ਪਰਖ ਤੋਂ ਪਾਸ ਵੀ ਕਰ ਦਿੰਦੇ, ਪਰਖ ਪੈਣ ਵੀ ਕੋਈ ਨਹੀਂ ਦਿੰਦੇ। ਭਾਈ ਨੰਦ ਲਾਲ ਦੇ ਉੱਪਰ ਕੋਈ ਪਰਖ ਹੀ ਨਹੀਂ ਮਹਾਰਾਜ ਨੇ ਪਾਈ, ਖੁਸ਼ ਹੀ ਇੰਨੇ ਹੋ ਗਏ, ਬਿਨਾਂ ਇਮਤਿਹਾਨ ਤੋਂ ਹੀ ਪਾਸ ਕਰ ਦਿੱਤਾ। ਐਸੀ ਮਿਹਰ ਕਰਦੇ ਹਨ। 12 ਬੰਨੀ ਕੰਚਨ ਹੋਵਾ। ਗੁਰਮੁਖੋ 12 ਬੰਨੀ ਦਾ ਕੰਚਨ ਸੋਨਾ, 12 ਬੰਨੀ ਦਾ ਸੁੱਧ ਸੋਨਾ ਮੰਨਿਆ ਜਾਂਦਾ। 12 ਬੰਨੀ ਦਾ ਸੋਨਾ ਉਹ ਹੁੰਦਾ ਜਿਹਦੇ ਵਿੱਚ ਮੈਲ ਨਾ ਰਹਿ ਜਾਵੇ, ਜਿਹਦੇ ਵਿੱਚ ਮਿਲਾਵਟ ਨਾ ਰਹਿ ਜਾਵੇ। ਆਪਾਂ ਸੋਨੇ ਦਾ ਗਹਿਣਾ ਪਾਉਂਦੇ ਹਨ, ਇਹਦੇ ਵਿੱਚ ਤਾਂਬਾ ਪਾਇਆ ਜਾਂਦਾ, ਪਿੱਤਲ ਪਾਇਆ ਜਾਂਦਾ, ਕਈ ਧਾਤੂਆਂ ਪਾਈਆਂ ਜਾਂਦੀਆਂ ਤੇ ਜਾ ਕੇ ਗਹਿਣਾ ਬਣਦਾ ਹੈ। ਇਹ ਸੁੱਧ ਸੋਨਾ ਨਹੀਂ ਹੈ, ਪਰ ਸੁੱਧ ਸੋਨਾ ਉਹ ਹੈ ਜਿਹਦੇ ਵਿੱਚ ਸਾਰੀਆਂ ਮੈਲਾਂ ਉਤਰ ਜਾਣ, ਕੋਈ ਰਹਿ ਨਾ ਜਾਵੇ। ਉਹਨੂੰ 12 ਬੰਨੀ ਦਾ ਸੋਨਾ ਆਖਿਆ ਜਾਂਦਾ ਹੈ। ਮਹਾਰਾਜ ਨੇ ਮਿਹਰ ਦੀ ਇਹੋ ਜਿਹੀ ਦ੍ਰਿਸ਼ਟੀ ਕੀਤੀ ਹੈ, ਭਾਈ ਨੰਦ ਲਾਲ ਨੂੰ 12 ਬੰਨੀ ਦਾ ਸੋਨਾ ਬਣਾ ਦਿੱਤਾ ਹੈ। ਬੈਠ ਸਭਾ ਮੈਂ ਸਤਿਗੁਰ ਆਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਦੀਵਾਨ ਦੇ ਵਿੱਚ
ਇਹ ਭਾਈ ਨੰਦ ਲਾਲ ਜੀ ਸਭ ਤੋਂ ਅੱਗੇ ਬੈਠੇ ਹਨ। ਮਹਿਮਾ ਕਰੈ ਗੁਰਨ ਅਨੁਰਾਗੇ। ਸਤਿਗੁਰਾਂ ਦੀ ਮਹਿਮਾ ਕਰਦੇ। ਫਾਰਸੀ ਪੜ੍ਹੇ ਹੋਏ ਨੇ ਨਾ, ਅਰਬੀ ਪੜ੍ਹੇ ਹੋਏ ਨੇ, ਸੰਸਕ੍ਰਿਤ ਪੜ੍ਹੇ ਹੋਏ, ਬ੍ਰਿਜ ਭਾਸ਼ਾ ਪੜ੍ਹੇ ਹੋਏ, ਕਈ ਭਾਸ਼ਾਵਾਂ ਦਾ ਗਿਆਨ ਰੱਖਦੇ, ਸਤਿਗੁਰਾਂ ਦੀ ਬੜੀ ਮਹਿਮਾ ਕਰਦੇ ਹਨ। ਬੀਚ ਫਾਰਸੀ ਬੈਤ ਬਣਾਵੇ। ਬੈਂਤ ਕਵਿਤਾ ਦੀ ਇੱਕ ਚਾਲ ਦਾ ਨਾਮ ਹੈ। ਗੁਰਮੁਖੋ ਜਿਹੜੀ ਕਵਿਤਾ ਲਿਖੀ ਜਾਂਦੀ ਹੈ ਨਾ, ਇਹਦੀ ਵੱਖ-ਵੱਖ ਚਾਲ ਹੁੰਦੀ ਹੈ। ਜਿਵੇਂ ਬੈਂਤ ਹੈ, ਚੌਪੀ ਹੈ, ਸਵਈਆ ਹੈ, ਦੋਹਰਾ ਹੈ, ਕਵਿਤ ਹੈ, ਇਹ ਵੱਖ-ਵੱਖ ਚਾਲਾਂ ਨੇ ਕਵਿਤਾ ਦੀਆਂ। ਭਾਈ ਨੰਦ ਲਾਲ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫਾਰਸੀ ਵਿੱਚ ਬੈਂਤ ਬਣਾ ਕੇ ਤੇ ਸ਼ੋਭਾ ਕੀਤੀ, ਵਡਿਆਈ ਕੀਤੀ ਹੈ। ਰੁਚਰ ਬਾਕ ਕਹਿ ਗੁਰੂ ਰਿਝਾਵੇ। ਸਤਿਗੁਰਾਂ ਨੂੰ ਬੜੇ ਸੋਹਣੇ ਬਚਨ ਕਰਕੇ, ਬੜੀ ਸੋਹਣੀ ਮਹਿਮਾ ਕਰਕੇ ਮਹਾਰਾਜ ਨੂੰ ਖੁਸ਼ ਕਰਦਾ ਹੈ। ਸਤਿਗੁਰੂ ਪ੍ਰਸੰਨ ਹੁੰਦੇ ਹਨ। ਬਹੁ ਚਤੁਰਾਈ ਗੁਣ ਗਨ ਸਾਥ। ਸਤਿਗੁਰੂ ਮਹਾਰਾਜ ਦੀ ਵਡਿਆਈ ਜਿਹੜੀ ਹੈ ਨਾ, ਬੜੀ ਸਿਆਣਪ ਦੇ ਨਾਲ। ਗੁਰਮੁਖੋ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ। ਗੁਰੂ ਦੀ ਸੇਵਾ ਅਕਲ ਬਿਨਾ ਨਹੀਂ ਜੇ ਹੁੰਦੇ, ਤੇ ਗੁਰੂ ਦੀ ਵਡਿਆਈ ਵੀ ਅਕਲ ਬਿਨਾ ਨਹੀਂ ਹੁੰਦੀ ਹੈ। ਭਾਈ ਨੰਦ ਲਾਲ ਜੀ ਬੜੀ ਚਤੁਰਾਈ ਦੇ ਨਾਲ, ਬੜੀ ਸਿਆਣਪ ਦੇ ਨਾਲ ਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ ਆਪਣੇ ਮੁਖੋਂ ਕਹਿ ਕੇ ਕਰਦੇ ਹਨ। ਸੇਵਕ ਨਿਤ ਪ੍ਰਤ ਸ੍ਰੀ ਗੁਰਨਾਥ। ਸਤਿਗੁਰੂ ਪਾਤਸ਼ਾਹ ਮਾਲਕ ਨੇ ਤੇ ਭਾਈ ਨੰਦ ਲਾਲ ਜੀ ਸੇਵਕ ਬਣ ਕੇ ਦਿਨੇ ਰਾਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸੇਵਾ ਵਿੱਚ ਲੱਗੇ ਹਨ। ਕੇਤਕ ਦਿਵਸ ਬਾਸ ਕਰ ਕੁਝ ਪਾਸ। ਕੁ ਦਿਨ ਮਹਾਰਾਜ ਦੇ ਕੋਲ ਰਿਹਾ ਭਾਈ ਨੰਦ ਲਾਲ ਨਾ, ਕੁਝ ਦਿਨ ਗੁਰੂ ਦਾ ਸਿੱਖ ਬਣਨ ਤੋਂ ਮਗਰੋਂ ਕੁਝ ਕੁ ਦਿਨ ਮਹਾਰਾਜ ਦੇ ਕੋਲ ਰਿਹਾ ਹੈ। ਵਿਦਾ ਹੋਏ ਪੁਨ ਗਇਓ ਆਵਾਸ। ਫਿਰ ਸਤਿਗੁਰਾਂ ਤੋਂ ਆਗਿਆ ਮੰਗੀ। ਮਹਾਰਾਜ ਹੁਣ ਘਰ ਜਾਣ ਨੂੰ ਵੀ ਮਨ ਕਰਦਾ, ਆਪ ਜੀ ਹੁਣ ਮੈਨੂੰ ਵਿਦਾਇਗੀ ਦੇ ਦਿਓ, ਮੈਨੂੰ ਛੁੱਟੀ ਦਿਓ, ਮੈਂ ਆਪਣੇ ਪਰਿਵਾਰ ਨੂੰ ਘਰ ਨੂੰ ਜਾ ਕੇ ਮਿਲਾਂ, ਫਿਰ ਸਮਾਂ ਬਣੇਗਾ ਤੇ ਆਪ ਜੀ ਦੇ ਦਰਸ਼ਨ ਕਰਾਂਗਾ। ਬੜਾ ਪ੍ਰੇਮ ਪਾਲਿਆ ਇਹਨੇ ਸਤਿਗੁਰਾਂ ਦੇ ਨਾਲ ਭਾਈ ਨੰਦ ਲਾਲ ਨੇ। ਮਹਾਰਾਜ ਦੇ ਕੋਲੋਂ ਆਗਿਆ ਲੈ ਕੇ ਚਲਾ ਗਿਆ ਹੈ। ਸਦਾ ਧਿਆਨ ਸਤਿਗੁਰ ਕੋ ਧਾਰੈ। ਗੁਰਮੁਖੋ ਘਰੇ ਤੇ ਚਲਾ ਗਿਆ, ਪਰ ਘਰੇ ਬੈਠਿਆਂ ਵੀ ਇਹਦਾ ਧਿਆਨ ਗੁਰੂ ਵੱਲ ਹੀ ਹੈ। ਧੰਨ ਦਸਵੇਂ ਪਾਤਸ਼ਾਹ ਦਾ ਸੁੰਦਰ ਸਰੂਪ ਇਹਨੇ ਆਪਣੇ ਮਨ ਵਿੱਚ ਵਸਾਇਆ ਹੋਇਆ ਤੇ ਮਹਾਰਾਜ ਦੇ ਧਿਆਨ ਨੂੰ ਧਾਰਦਾ ਹੈ। ਬੈਠਤ ਉਠਤ ਨਾਮ ਸੰਭਾਰੈ। ਉੱਠਦਿਆਂ ਬੈਠਦਿਆਂ ਚਲਦਿਆਂ ਆਪਣੇ ਮੁਖੋਂ ਵਾਹਿਗੁਰੂ 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 ਦਾ ਚਿੰਤਨ ਕਰਦਾ। ਬੈਠਣ ਲੱਗਿਆਂ ਵੀ ਨਾਮ ਜਪਦਾ, ਚੱਲਣ ਲੱਗਿਆਂ, ਸੌਣ ਲੱਗਿਆਂ, ਹਰ ਵੇਲੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾ। ਜਨ ਕੈ ਸਦਕਾਮ। ਜਿਹੜੇ ਜਨ ਬਣ ਜਾਂਦੇ ਨਾ, ਭਗਤ ਬਣ ਜਾਂਦੇ, ਸਾਧੂ ਬਣ ਜਾਂਦੇ, ਸੇਵਕ ਬਣ ਜਾਂਦੇ, ਉਹਨਾਂ ਦਾ ਸ੍ਰੇਸ਼ਟ ਕੰਮ ਇਹੋ ਹੀ ਹੈ ਕਿ ਉਹ ਹਰ ਵੇਲੇ ਨਾਮ ਜਪਦੇ ਹਨ। ਗੁਰ ਕਰਕੇ ਦਸਮੋਂ ਪਤ ਸਾਹ। ਦਸਵੇਂ ਪਾਤਸ਼ਾਹ ਨੂੰ ਇਸ ਨੇ ਆਪਣਾ ਗੁਰੂ ਬਣਾਇਆ। ਭਾਈ ਨੰਦ ਲਾਲ ਜੀ ਸਿੱਖ ਬਣੇ ਨੇ ਦਸਵੇਂ ਗੁਰੂ ਦੇ। ਗਜਨੀ ਦੇ ਵਿੱਚ ਪੈਦਾ ਹੋਏ, ਮੁਲਤਾਨ ਦੇ ਵਿੱਚ ਜਵਾਨ ਹੋਏ, ਸਾਰੀ ਦੁਨੀਆ ਨੂੰ ਘੁੰਮਿਆ, ਸਾਰੇ ਧਰਮਾਂ ਦੇ ਗ੍ਰੰਥ ਪੜ੍ਹੇ, ਪਰ ਅੰਤ ਨੂੰ ਫਿਰ ਦਸਵੇਂ ਪਾਤਸ਼ਾਹ ਦੇ ਕੋਲ ਹੀ ਆਏ। ਉਹਨਾਂ ਵਰਗਾ ਕੋਈ ਦੁਨੀਆ ਤੇ ਦਿਸਿਆ ਨਹੀਂ। ਇੰਨਾ ਵੱਡਾ ਵਿਦਵਾਨ, ਇੰਨੇ ਵੱਡੇ ਗ੍ਰੰਥ ਪੜ੍ਹਨ ਵਾਲਾ ਤੇ ਗ੍ਰੰਥ ਲਿਖਣ ਵਾਲਾ, ਇੰਨੀ ਸੋਝੀ ਰੱਖਣ ਵਾਲਾ ਔਰ ਐਡੇ ਵੱਡੇ ਮੁਰਾਤਬੇ ਦੇ ਕੰਮ ਕਰਨ ਵਾਲਾ। ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਦੀਵਾਨ ਦੀ ਪਦਵੀ ਹੈ, ਬੜੀ ਵੱਡੀ ਪਦਵੀ ਹੈ ਨੰਦ ਲਾਲ ਦੇ ਕੋਲ, ਬੜੀ ਵੱਡੀ ਕੁਰਸੀ ਕਹਿ ਲਈ ਹੈ। ਤੇ ਪਰ ਉਸ ਨੂੰ ਜੇ ਮੁਕੰਮਲ ਕੋਈ ਦਿਸਿਆ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਦਿਸੇ। ਤੇ ਗੁਰਮੁਖੋ ਅੱਜ ਸਾਡੇ ਵਿੱਚ ਕੁਝ ਐਸੇ ਹਨ ਜਿਹੜੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਛੱਡ ਕੇ ਹੋਰਾਂ ਦੇ ਪਿੱਛੇ ਕੱਚਿਆਂ ਪਿੱਲਿਆਂ ਦੇ ਮਗਰ ਲੱਗੇ ਫਿਰਦੇ, ਆਪਣੇ ਜਨਮ ਨੂੰ ਨਸ਼ਟ ਕਰਦੇ ਪਏ, ਸਵਾਸ ਗਵਾਉਂਦੇ ਪਏ। ਮਾੜੀ ਕਿਸਮਤ ਆਪਾਂ ਕਹਿ ਸਕਦੇ ਹਾਂ, ਪਰ ਭਾਈ ਨੰਦ ਲਾਲ ਵਰਗੇ ਗੁਰਮੁਖ ਦਸਵੇਂ ਪਾਤਸ਼ਾਹ ਨੂੰ ਆਪਣਾ ਗੁਰੂ ਬਣਾਉਂਦੇ ਹਨ। ਸਿੱਖੀ ਮਗ ਮੈਂ ਮਹਾ ਉਮਾਹ। ਤੇ ਸਿੱਖੀ ਦਾ ਜਿਹੜਾ ਰਸਤਾ ਹੈ ਨਾ, ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦੱਸਿਆ, ਸਤਿਗੁਰ ਕੈ ਭਾਣੇ ਚੱਲ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ। ਇਹ ਜਿਹੜਾ ਰਸਤਾ ਗੁਰੂ ਨੇ ਸਮਝਾਇਆ ਸੀ ਨਾ ਨੰਦ ਲਾਲ ਨੂੰ, ਤੇ ਭਾਈ ਨੰਦ ਲਾਲ ਜੀ ਉਸ ਰਸਤੇ ਦੇ ਉੱਪਰ ਦਿਨੇ ਰਾਤ ਚੱਲਦੇ, ਉਸ ਰਸਤੇ ਦੀ ਕਮਾਈ ਕਰਦੇ ਹਨ। ਸਹਜਾਦੇ ਕੇ ਨਿਕਟ ਰਹੰਤਾ। ਬਾਦਸ਼ਾਹ ਦਾ ਪੁੱਤਰ ਔਰੰਗਜ਼ੇਬ ਦਾ ਪੁੱਤਰ ਹੈ, ਜਿਸ ਨੂੰ ਦੁਨੀਆ ਨੇ ਇਸ ਨਾਮ ਦੇ ਨਾਲ ਜਾਣਿਆ ਬਹਾਦਰ ਸ਼ਾਹ, ਪਰ ਅਸਲ ਵਿੱਚ ਇਹਦਾ ਨਾਮ ਹੈ ਮੁਅੱਜਮ। ਔਰੰਗਜ਼ੇਬ ਦਾ ਪੁੱਤਰ ਜਿਹਦਾ ਨਾਮ ਮੁਅੱਜਮ ਹੈ, ਜਿਹਨੂੰ ਬਹਾਦਰ ਸ਼ਾਹ ਕਰਕੇ ਹਿੰਦੁਸਤਾਨ ਦਾ ਰਾਜ ਦਸਵੇਂ ਪਾਤਸ਼ਾਹ ਨੇ ਦਵਾਇਆ ਹੈ। ਭਾਈ ਨੰਦ ਲਾਲ ਜੀ ਉਹਦੇ ਕੋਲ ਰਹਿੰਦੇ ਨੇ, ਕਿਉਂਕਿ
ਉਮਰਾਂ ਦੋਨਾਂ ਦੀ ਲਗਭਗ ਬਰਾਬਰ ਹੀ ਹੈ ਅਤੇ ਦੋਨਾਂ ਦਾ ਇੱਕ ਦੂਜੇ ਨਾਲ ਪ੍ਰੇਮ ਬਣਿਆ ਹੈ। ਸੁਮਤਵੰਤ ਜਿਮ ਸੰਤ ਮਹੰਤਾ। ਕਹਿਣ ਲੱਗੇ ਇੰਨੇ ਸਿਆਣੇ ਨੇ ਭਾਈ ਨੰਦ ਲਾਲ ਜੀ, ਜਿਵੇਂ ਕੋਈ ਚੰਗੀ ਕਿਰਪਾ ਵਾਲਾ ਸੰਤ ਹੁੰਦਾ, ਜਿਵੇਂ ਕੋਈ ਸਾਧੂ ਹੁੰਦਾ, ਜਿਵੇਂ ਕੋਈ ਮਹਾਤਮਾ ਗੁਰਮੁਖ ਹੁੰਦਾ ਨਾ, ਚੰਗੇ ਰਸਤੇ ਪਾਉਣ ਵਾਲਾ। ਗੁਰਮੁਖੋ ਦੋਸਤ ਤੇ ਬਣ ਜਾਂਦੇ, ਮਿੱਤਰ ਤੇ ਬੜੇ ਬਣ ਜਾਂਦੇ ਨੇ। ਚੰਗੀ ਸਲਾਹ ਦੇਣ ਵਾਲਾ ਮਿੱਤਰ ਕੋਈ ਹੁੰਦਾ, ਚੰਗੇ ਪਾਸੇ ਲਾਉਣ ਵਾਲਾ। ਮਾੜੇ ਪਾਸੇ ਨੂੰ ਖਿੱਚਣ ਵਾਲੇ ਤੇ ਬੜੇ ਨੇ। ਦਿਨੇ ਰਾਤ ਮਾੜੀਆਂ ਸਲਾਹਾਂ ਦੇਣ ਵਾਲੇ, ਮਾੜੇ ਵਾਲੇ ਪਾਸੇ ਲਾਉਣ ਵਾਲੇ ਬੜੇ ਨੇ। ਪਰ ਇਹੋ ਜਿਹਾ ਮਿੱਤਰ ਕੋਈ ਹੁੰਦਾ ਜਿਹੜਾ ਚੰਗੇ ਪਾਸੇ ਲਾਵੇ। ਭਾਈ ਨੰਦ ਲਾਲ ਜੀ ਮਿੱਤਰ ਤੇ ਬਣੇ ਬਹਾਦਰ ਸ਼ਾਹ ਦੇ, ਪਰ ਸੁਭਾਅ ਗੁਰਮੁਖਾਂ ਵਾਲਾ, ਸੰਤਾਂ ਵਾਲਾ, ਸਾਧੂਆਂ ਵਾਲਾ, ਹਰ ਵੇਲੇ ਚੰਗੀ ਸਲਾਹ ਦਿੰਦੇ ਹਨ। ਰਹਿਤ ਬਹਾਦਰ ਸ਼ਾਹ ਨਜ਼ੀਕਾ। ਬਹਾਦਰ ਸ਼ਾਹ ਦਾ ਹੀ ਪਹਿਲਾ ਨਾਮ ਗੁਰਮੁਖੋ ਮੁਅੱਜਮ ਹੈ। ਉਹਦੇ ਕੋਲ ਭਾਈ ਨੰਦ ਲਾਲ ਰਹਿੰਦੇ ਹਨ। ਤਿਸੈ ਬਤਾਵੇ ਮਾਰਗ ਨੀਕਾ। ਹਰ ਰੋਜ਼ ਚੰਗੀ ਗੱਲ ਹੀ ਦੱਸਣੀ ਹੈ, ਚੰਗੀ ਸਿੱਖਿਆ ਦੇਣੀ ਹੈ, ਭੈ ਭਾਵਨੀ ਦੀ ਗੱਲ ਹੀ ਕਰਨੀ ਹੈ, ਗੁਰੂ ਦੀ ਬਖਸ਼ਿਸ਼ ਦੀ ਗੱਲ ਹੀ ਕਰਨੀ ਹੈ, ਪਾਪ ਤੋਂ ਡਰਨ ਦੀ ਗੱਲ ਕਰਨੀ ਹੈ, ਧਰਮ ਦਾ ਕੰਮ ਕਰਨ ਦੀ ਗੱਲ ਕਰਨੀ ਹੈ। ਦਿਨੇ ਰਾਤ ਐਸੀਆਂ ਚੰਗੀਆਂ ਸਲਾਹਾਂ ਭਾਈ ਨੰਦ ਲਾਲ ਜੀ ਆਉਣ ਵਾਲੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਸਲਾਹਾਂ ਦਿੰਦੇ ਹਨ। ਮਤ ਬੰਤਨ ਮਹਿ ਗਿਨੀਆਂ ਸਾਰੇ। ਇਸ ਕਰਕੇ ਭਾਈ ਨੰਦ ਲਾਲ ਜੀ ਨੂੰ ਸ੍ਰੇਸ਼ਟ ਮਤ ਵਾਲਿਆਂ ਦੇ ਵਿੱਚੋਂ ਇੱਕ ਆਪਾਂ ਕਹਿ ਸਕਦੇ ਹਾਂ। ਸ੍ਰੇਸ਼ਟ ਮਤ ਕਿਸੇ ਨੂੰ ਪ੍ਰਾਪਤ ਹੋਵੇ, ਗੂੜ ਗਿਆਨ ਪ੍ਰਾਪਤ ਹੋਵੇ, ਜੇ ਉਹਨਾਂ ਦੀ ਗੱਲ ਕਰਨੀ ਹੋਵੇ ਤੇ ਭਾਈ ਨੰਦ ਲਾਲ ਦਾ ਨਾਮ ਸਭ ਤੋਂ ਮੋਹਰੀ ਹੈ। ਨਿਪੁੰਨ ਪਾਰਸੀ ਇਲਮ ਮਝਾਰੇ। ਭਾਈ ਨੰਦ ਲਾਲ ਜੀ ਫਾਰਸੀ ਦੇ ਵਿੱਚ, ਉਰਦੂ ਦੇ ਵਿੱਚ, ਗੁਰਮੁਖੋ ਸੰਸਕ੍ਰਿਤ ਦੇ ਵਿੱਚ, ਬ੍ਰਿਜ ਭਾਸ਼ਾ ਦੇ ਵਿੱਚ, ਹਿੰਦੀ ਦੇ ਵਿੱਚ ਕਈ ਗ੍ਰੰਥਾਂ ਦਾ ਅਧਿਐਨ ਰੱਖਦੇ ਨੇ, ਕਈ ਗ੍ਰੰਥਾਂ ਦੀ ਜਾਣਕਾਰੀ ਰੱਖਦੇ ਨੇ, ਕਈ ਗ੍ਰੰਥਾਂ ਜਾਂ ਭਾਸ਼ਾ ਦਾ ਗਿਆਨ ਰੱਖਦੇ ਹਨ। ਔਰੰਗ ਕੋ ਪ੍ਰਤਾਪ ਵੱਡ ਬਾਡਾ। ਇਧਰੋਂ ਗੁਰਮੁਖੋ ਨੰਦ ਲਾਲ ਦੇ ਕੋਲ ਵਿਦਿਆ ਬੜੀ ਹੈ, ਗ੍ਰੰਥ ਬੜੇ ਪੜ੍ਹੇ ਨੇ, ਗਿਆਨ ਬਹੁਤਾ। ਉਧਰੋਂ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਨਾ, ਉਹਦਾ ਵੀ ਹਿੰਦੁਸਤਾਨ ਤੇ ਇਸ ਵੇਲੇ ਪੂਰਾ ਦਬਦਬਾ ਹੈ। ਉਹਦੇ ਨਾਮ ਦਾ ਡੰਕਾ ਵੱਜਦਾ ਪਿਆ। ਉਹਦਾ ਨਾਮ ਸੁਣ ਕੇ ਵੈਰੀ ਕੰਬਣ ਲੱਗ ਜਾਂਦੇ, ਇੰਨਾ ਭੈ ਔਰੰਗਜ਼ੇਬ ਦਾ ਉਸ ਵੇਲੇ ਹਿੰਦੁਸਤਾਨ ਦੀ ਧਰਤੀ ਤੇ ਹੈ। ਦੁਸ਼ਟ ਵਿਸਾਲ ਸ਼ਰਮ ਹੈ ਗਾਡਾ। ਪਰ ਗੁਰਮੁਖੋ ਹੈ ਬੜਾ ਇਹ ਦੁਸ਼ਟ ਔਰੰਗਜ਼ੇਬ ਬਾਦਸ਼ਾਹ ਜਿਹੜਾ ਨਾ, ਇਹ ਹੈ ਬੜਾ ਜ਼ਾਲਮ ਸੁਭਾਅ ਵਾਲਾ, ਜਾਂ ਕਹਿ ਲਈਏ ਕਠੋਰ ਮਨ ਵਾਲਾ। ਸਾਹਮਣੇ ਕੋਈ ਤੜਫਦਾ ਮਰਦਾ ਪਿਆ ਤੇ ਵੇਖ ਕੇ ਇਹਦੇ ਮਨ ਵਿੱਚ ਦਇਆ ਨਹੀਂ ਆਵੇਗੀ, ਮਨ ਇਹਦਾ ਪਤੀਜੇਗਾ ਨਹੀਂ। ਬੜੇ ਕਠੋਰ ਮਨ ਵਾਲਾ ਔਰੰਗਜ਼ੇਬ ਹੈ, ਜਿਹਨੂੰ ਸਜ਼ਾ ਦਿੰਦਾ ਬੜੀ ਕਰੜੀ ਦਿੰਦਾ ਹੈ। ਇਹਦੀ ਸਜ਼ਾ ਤੋਂ ਸੁਣ ਕੇ, ਇਹਦੀ ਸਜ਼ਾ ਵੇਖ ਕੇ ਸਾਰੀ ਦੁਨੀਆ ਡਰਦੀ ਹੈ। ਹਿੰਦੂਨ ਕੋ ਦੋਖੀ ਮਤ ਮੂਡਾ। ਇਹ ਹਿੰਦੂਆਂ ਦਾ ਬੜਾ ਵੱਡਾ ਦੁਖੀ ਹੈ। ਹੁਣੇ ਆਪਾਂ ਬਚਨ ਸਰਵਣ ਕੀਤਾ ਨਾ, ਜਿਹੋ ਜੀ ਬੰਦੇ ਨੂੰ ਸੰਗਤ ਮਿਲੇ, ਬੰਦੇ ਦਾ ਸੁਭਾਅ ਵਿਚਾਰ ਉਦਾਂ ਦਾ ਹੀ ਹੋ ਜਾਂਦਾ। ਔਰੰਗਜ਼ੇਬ ਦੀ ਜਿਹੜੀ ਸੰਗਤ ਹੈ ਨਾ, ਕਾਜੀ ਮੁਲਾਣੇ ਜਿਹੜੇ ਈਰਖਾ ਦੇ ਭਰੇ ਹੋਏ, ਉਹ ਔਰੰਗਜ਼ੇਬ ਨੂੰ ਦਿਨੇ ਰਾਤ ਪੁੱਠੀਆਂ ਪੱਟੀਆਂ ਪਿਲਾਉਂਦੇ। ਗੁਰਮੁਖੋ ਜਿਹੜਾ ਧਾਰਮਿਕ ਵਿਅਕਤੀ ਹੈ ਨਾ, ਧਾਰਮਿਕ ਵਿਅਕਤੀ ਧਰਮ ਦੀ ਆੜ ਲੈ ਕੇ ਦੂਜੇ ਧਰਮਾਂ ਦੇ ਨਾਲ ਨਫ਼ਰਤ ਪੈਦਾ ਕਰਦਾ। ਔਰ ਖਾਸ ਕਰਕੇ ਜਿਹੜੇ ਬ੍ਰਾਹਮਣ ਨੇ, ਔਰ ਖਾਸ ਕਰਕੇ ਜਿਹੜੇ ਕਾਜੀ ਔਰ ਮੁੱਲਾ ਨੇ, ਇੱਕ ਦੂਜੇ ਨਾਲ ਬੜੀ ਨਫ਼ਰਤ ਕਰਦੇ। ਧਾਰਮਿਕ ਗ੍ਰੰਥਾਂ ਦਾ ਸਹਾਰਾ ਲੈ ਕੇ ਆਮ ਦੁਨੀਆ ਨੂੰ, ਲੋਕਾਂ ਨੂੰ ਇੱਕ ਦੂਜੇ ਨਾਲ ਲੜਾਇਆ ਜਾਂਦਾ। ਔਰੰਗਜ਼ੇਬ ਦੇ ਕੋਲ ਬੜੇ ਬੜੇ ਕਾਜੀ ਤੇ ਮੁੱਲਾ ਪੜ੍ਹੇ ਹੋਏ ਰਹਿੰਦੇ ਨੇ। ਉਹਨਾਂ ਦੇ ਮਨ ਵਿੱਚ ਨਫ਼ਰਤ ਬੜੀ ਹੈ ਹਿੰਦੂਆਂ ਦੇ ਪ੍ਰਤੀ। ਉਹਨਾਂ ਨੇ ਐਸੀ ਚੁੱਕਣਾ ਦਿੱਤੀ ਹੈ ਕਿ ਬਾਦਸ਼ਾਹ ਔਰੰਗਜ਼ੇਬ ਨੂੰ ਹਿੰਦੂਆਂ ਦੇ ਬਿਲਕੁਲ ਖਰਾਬ ਹੀ ਕਰ ਦਿੱਤਾ ਵੀ ਇਹ ਕਾਫਰ ਲੋਕ ਨੇ। ਇੱਕ ਦਿਨ ਔਰੰਗਜ਼ੇਬ ਦੀ ਸਭਾ ਦੇ ਵਿੱਚ ਇੱਕ ਹਿੰਦੂ ਪੰਡਤ ਕਥਾ ਕਰਦਾ ਪਿਆ। ਕਥਾ ਕਰਦਾ ਹੈ ਸ਼੍ਰੀ ਮਦ ਭਾਗਵਤ ਗੀਤਾ ਦੀ, ਜੋ ਭਗਵਾਨ ਕ੍ਰਿਸ਼ਨ ਨੇ ਉਚਾਰੀ ਹੈ। ਕਥਾ ਕਰਦਿਆਂ ਕਰਦਿਆਂ ਪੰਡਤ ਨੇ ਆਪਣਾ ਵਿਚਾਰ ਦਿੱਤਾ ਵੀ ਹਰੇਕ ਬੰਦੇ ਨੂੰ ਆਪਣਾ ਧਰਮ ਵਧਾਉਣਾ ਚਾਹੀਦਾ। ਹੁਣ ਪੰਡਤ ਨੇ ਤੇ ਸੁਭਾਵਕ ਗੱਲ ਆਖੀ। ਕਾਜ਼ੀਆਂ ਨੂੰ ਮੌਕਾ ਮਿਲ ਗਿਆ, ਕਹਿਣ ਲੱਗੇ ਵੇਖੋ ਜੀ, ਜਿੱਥੇ ਇਸਲਾਮ ਇਹ ਗੱਲ ਕਹਿੰਦਾ ਵੀ ਆਪਾਂ ਨੂੰ ਆਪਣਾ ਧਰਮ ਵਧਾਉਣਾ ਚਾਹੀਦਾ, ਉੱਥੇ ਵੇਖੋ ਹਿੰਦੂ ਧਰਮ ਦਾ ਇੱਕ ਪੈਰੋਕਾਰ, ਇੱਕ ਪੈਗੰਬਰ, ਇੱਕ ਅਵਤਾਰ ਇਹ ਗੱਲ ਕਹਿੰਦਾ ਹੈ ਕਿ ਆਪਣਾ ਧਰਮ ਵਧਾਉਣਾ ਚਾਹੀਦਾ। ਹੁਣ ਤੇ ਆਪਾਂ ਨੂੰ ਉਹਨਾਂ ਵੱਲੋਂ ਵੀ ਆਗਿਆ ਹੈ, ਤੁਸੀਂ ਆਪਣਾ ਧਰਮ ਵਧਾਉਣ ਦਾ ਯਤਨ ਕਰੋ। ਪਰ ਗੁਰਮੁਖੋ ਧਰਮ ਵਧਾਇਆ ਜਾਂਦਾ ਪਿਆਰ ਦੇ ਨਾਲ, ਪ੍ਰਚਾਰ ਕਰਕੇ, ਕਿਸੇ ਦੀ ਮਦਦ ਕਰਕੇ, ਕਿਸੇ ਦੇ ਮਨ ਨੂੰ ਜਿੱਤ ਕੇ। ਇਹ ਨਹੀਂ ਵੀ ਡੰਡੇ ਦੇ ਨਾਲ, ਡੰਡੇ ਦੇ ਨਾਲ ਨਹੀਂ ਧਰਮ ਜਿੱਤਿਆ ਜਾਂਦਾ, ਨਾ ਵਧਾਇਆ ਜਾਂਦਾ। ਪਰ ਕਾਜ਼ੀਆਂ ਦੇ ਕਹਿਣ ਦੇ ਕਰਕੇ
ਔਰੰਗਜ਼ੇਬ ਇਸ ਭਾਸ਼ਾ ਨੂੰ ਸਮਝ ਗਿਆ ਵੀ ਮੈਂ ਦੁਨੀਆ ਨੂੰ ਡਰਾ ਕੇ ਮੁਸਲਮਾਨ ਬਣਾਵਾਂਗਾ। ਕਹਿਣ ਲੱਗੇ ਹਿੰਦੂਆਂ ਦਾ ਇਹ ਬਹੁਤ ਵੱਡਾ ਦੁਖੀ ਬਣ ਗਿਆ, ਹਿੰਦੂਆਂ ਨੂੰ ਜ਼ਬਰਦਸਤੀ ਜ਼ੋਰ ਦੇ ਨਾਲ ਮੁਸਲਮਾਨ ਬਣਾਉਂਦਾ ਹੈ। ਸਭ ਸੰਤਨ ਸੋਬਾਦੇ ਤੇ ਗੂੜਾ ਗੁਰਮੁਖੋ ਸਾਰਿਆਂ ਸੰਤਾਂ ਦੇ ਨਾਲ ਜਿੰਨੇ ਹਿੰਦੁਸਤਾਨ ਦੇ ਵਿੱਚ ਮਤ ਸਨ ਤੇ ਜਿੰਨੇ ਉਹਨਾਂ ਮੰਤਾਂ ਦੇ ਸੰਤ ਨੇ ਸਾਰਿਆਂ ਨਾਲ ਹੀ ਵੈਰ ਕਰਦਾ। ਜੇ ਕੋਈ ਸੂਫੀ ਸੰਤ ਆ ਗਿਆ ਨਾ, ਤੇ ਪਿੱਛੇ ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਣ ਕੀਤਾ ਸੀ ਵੀ ਉੱਚੇ ਟਿੱਲੇ ਤੇ ਬਿਠਾ ਕੇ ਉਹ ਆਖਦੇ ਜਦੋਂ ਅਸੀਂ ਨਾਮ ਜਪਦੇ ਹਾਂ ਸਾਨੂੰ ਸੁੱਧ ਬੁੱਧ ਭੁੱਲ ਜਾਂਦੀ ਹੈ, ਅਸੀਂ ਬੈਠੇ ਬੈਠੇ ਡਿੱਗ ਪੈਂਦੇ। ਔਰੰਗਜ਼ੇਬ ਆਖਦਾ ਨਹੀਂ, ਇਹ ਪਖੰਡ ਕਰਦੇ, ਇਸ ਤਰ੍ਹਾਂ ਨਹੀਂ ਹੋ ਸਕਦਾ। ਜੇ ਵਾਕਿਆ ਹੀ ਸੁੱਧ ਬੁੱਧ ਭੁੱਲ ਜਾਂਦੇ, ਇੱਕ ਉੱਚੇ ਟਿੱਲੇ ਤੇ ਉਹਨਾਂ ਦਾ ਮੰਜਾ ਲਵਾਇਆ, ਵੱਡਾ ਸਾਰਾ ਇੱਕ ਮੰਜਾ ਬਣਵਾ ਦਿੱਤਾ, ਉਹ ਤੇ ਸਾਰੇ ਉਹ ਸੂਫੀ ਮਹੰਤ ਬਿਠਾ ਦਿੱਤੇ ਤੇ ਉਹਨਾਂ ਦੇ ਥੱਲੇ ਇਹੋ ਜੀ ਤਿਲਕਣਬਾਜੀ ਬਣਾਈ ਵੀ ਜੇ ਬੰਦਾ ਇੱਕ ਵਾਰੀ ਉਹ ਮੰਜੇ ਤੋਂ ਥੱਲੇ ਡਿੱਗੇ ਤੇ ਰਾਹ ਵਿੱਚ ਕਿਤੇ ਅੜੇ ਨਾ, ਕਿਤੇ ਖੜੇ ਨਾ, ਕਿਤੇ ਰੁਕੇ ਨਾ, ਤੇ ਉਹਦੇ ਥੱਲੇ ਤੇਲ ਦੇ ਕੜਾਏ ਗਰਮ ਕਰਾ ਕੇ ਰਖਾ ਦਿੱਤੇ, ਉਬਲਦਾ ਤੇਲ। ਕਹਿਣ ਲੱਗਾ ਮੈਂ ਵੇਖਦਾ ਕਿੰਨੀ ਕੁ ਖੁਮਾਰੀ ਚੜ੍ਹਦੀ ਹੈ, ਕਿੰਨਾ ਕੁ ਤੁਸੀਂ ਆਪਣੀ ਹੋਸ਼ੋ ਹਵਾਸ਼ ਨੂੰ ਖੋਂਦੇ ਹੋ, ਕਿੰਨੀ ਕੁ ਤੁਹਾਨੂੰ ਮਸਤੀ ਚੜ੍ਹਦੀ ਹੈ, ਸਭ ਪਖੰਡ ਹੈ। ਤੇ ਗੁਰਮੁਖੋ ਉਹਨਾਂ ਸੂਫੀ ਫਕੀਰਾਂ ਵਿਚਾਰਿਆਂ ਨੂੰ ਟਿੱਬੇ ਤੇ ਟਿੱਲੇ ਤੇ ਚੜ੍ਹਾ ਕੇ ਤੇ ਜਿਵੇਂ ਉਹ ਸਮਾਧੀ ਲਾਉਂਦੇ ਸਨ ਜਾਂ ਜਿਵੇਂ ਉਹ ਸਾਜ਼ ਵਜਾ ਕੇ ਰੱਬ ਨੂੰ ਖੁਸ਼ ਕਰਦੇ ਸਨ, ਜਦੋਂ ਉਹਨਾਂ ਨੇ ਝੂਮਣਾ ਜਾਂ ਉਹਨਾਂ ਨੂੰ ਮਸਤੀ ਚੜ੍ਹਨੀ, ਨਾਮ ਦਾ ਰੰਗ ਚੜ੍ਹਨਾ, ਤੇ ਜੇ ਕੋਈ ਭੁਲੇਖੇ ਨਾਲ ਉੱਤੋਂ ਥੱਲੇ ਡਿੱਗ ਪਿਆ ਮੰਜੇ ਦੇ, ਰਾਹ ਵਿੱਚ ਕਿਤੇ ਬਚੇਗਾ ਨਹੀਂ, ਸਿੱਧਾ ਉਬਲਦੇ ਕੜਾਏ ਵਿੱਚ ਹੀ ਆ ਕੇ ਪਏਗਾ। ਪਤਾ ਨਹੀਂ ਕਿੰਨੇ ਕੁ ਸੰਤੇ ਨੇ ਕਤਲ ਕਰਵਾਏ। ਇੱਥੋਂ ਤੱਕ ਕਿ ਦਿੱਲੀ ਵਿੱਚ ਰਹਿਣ ਵਾਲੀਆਂ ਵੇਸਵਾਵਾਂ ਉਹਨਾਂ ਨੂੰ ਬੇੜੀਆਂ ਦੇ ਵਿੱਚ ਭਰ ਭਰ ਕੇ ਜਮਨਾ ਦੇ ਵਿੱਚ ਬੇੜੀਆਂ ਉਲਟੀਆਂ ਕਰਵਾ ਦਿੱਤੀਆਂ, ਉੱਥੇ ਡੋਬ ਡੋਬ ਕੇ ਮਾਰ ਦਿੱਤੀਆਂ। ਇਹ ਐਸਾ ਹੈ, ਹਰੇਕ ਸੰਤ ਨਾਲ ਵੈਰ ਕਰਦਾ ਹੈ, ਹਰੇਕ ਧਰਮ ਨਾਲ ਵੈਰ ਕਰਦਾ ਹੈ, ਹਰੇਕ ਰੱਬ ਦੀ ਬੰਦਗੀ ਵੱਲ ਨਾਲ ਇਸ ਦਾ ਵੈਰ ਹੈ। ਤੁਰਕ ਤੇਜ ਕੇ ਜਰਾਂ ਉਖਾਰਨ। ਇਹ ਜਿਹੜਾ ਤੁਰਕਾਂ ਦਾ ਰਾਜ ਮਿਲਿਆ ਹੋਇਆ ਨਾ, ਅਸਲ ਵਿੱਚ ਜਿਹੜਾ ਬੰਦਾ ਜਦੋਂ ਪਾਪ ਕਰਦਾ ਨਾ, ਉਹ ਆਪਣੀਆਂ ਜੜ੍ਹਾਂ ਆਪੇ ਹੀ ਪੱਟਦਾ, ਆਪਣੀਆਂ ਜੜ੍ਹਾਂ 'ਚ ਆਪੇ ਤੇਲ ਪਾਉਂਦਾ ਹੈ। ਔਰੰਗਜ਼ੇਬ ਦੇ ਪਾਪ ਨੇ ਮੁਸਲਮਾਨਾਂ ਦੇ ਰਾਜ ਦੀਆਂ ਜੜ੍ਹਾਂ ਪੁੱਟੀਆਂ। ਨਾ ਔਰੰਗਜ਼ੇਬ ਇੰਨਾ ਪਾਪ ਕਰਦਾ ਤੇ ਹੋ ਸਕਦਾ ਜੜ੍ਹਾਂ ਨਾ ਪੁੱਟੀਆਂ ਜਾਂਦੀਆਂ। ਔਰੰਗਜ਼ੇਬ ਦਾ ਪਾਪ, ਔਰੰਗਜ਼ੇਬ ਨੂੰ ਮਿਲੀਆਂ ਬਦਦੁਆਵਾਂ ਹੀ ਉਹਨਾਂ ਦੇ ਰਾਜ ਨੂੰ ਖਤਮ ਕਰਨ ਦਾ ਕਾਰਨ ਹਨ। ਰਾਜ ਪ੍ਰਤਾਪ ਵਿਨਾਸ਼ਨ ਕਾਰਨ। ਕਹਿਣ ਲੱਗੇ ਇਸੇ ਤਰ੍ਹਾਂ ਇਹਨੇ ਆਪਣੇ ਰਾਜ ਭਾਗ ਦੇ ਤੇਜ ਪ੍ਰਤਾਪ ਨੂੰ ਨਸ਼ਟ ਕਰ ਲਿਆ, ਲੋਕਾਂ ਦੀਆਂ ਬਦਦੁਆਵਾਂ ਲੈ ਲੈ ਕੇ, ਲੋਕਾਂ ਨੂੰ ਮਾਰ ਕੇ, ਸੰਤਾਂ ਨੂੰ ਕਤਲ ਕਰਕੇ, ਸਰਬੱਦ ਵਰਗੇ ਕਤਲ ਕੀਤੇ, ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗੇ ਗੁਰੂ ਨੂੰ ਸ਼ਹੀਦ ਕੀਤਾ। ਐਸੀਆਂ ਇਸ ਨੇ ਕੁਰਬਾਨੀਆਂ ਕਰਵਾਈਆਂ। ਉਹਨਾਂ ਕੁਰਬਾਨੀਆਂ ਕਰਕੇ ਇਹਦਾ ਤੇਜ ਤਾਪ ਨਸ਼ਟ ਹੋ ਗਿਆ, ਰਾਜ ਭਾਗ ਦੀਆਂ ਜੜ੍ਹਾਂ ਪੁੱਟੀਆਂ ਜਾਣੀਆਂ ਹਨ। ਨਾ ਤੇ ਪ੍ਰਭ ਕੀਨੋ ਸੁਲਤਾਨ। ਪਰਮਾਤਮਾ ਨੇ ਇਸ ਨੂੰ ਸੁਲਤਾਨ ਬਣਾਇਆ ਸੀ, ਰੱਬ ਨੇ ਤੇ ਬਣਾਇਆ ਸੀ ਇਸ ਨੂੰ ਬਾਦਸ਼ਾਹ ਬਣਾ ਕੇ ਪੈਦਾ ਕੀਤਾ ਹੈ। ਕਰਤਾ ਆਪਣਾ ਆਪ ਕੋ ਹਾਨ। ਪਰ ਇਹ ਬਾਦਸ਼ਾਹ ਕਾਹਦਾ ਬਣਿਆ? ਇਹਨੇ ਆਪਣੇ ਆਪ ਨੂੰ ਵੀ ਮਾਰਿਆ ਤੇ ਆਪਣਾ ਰਾਜ ਭਾਗ ਵੀ ਨਸ਼ਟ ਕਰਵਾਇਆ। ਔਰੰਗਜ਼ੇਬ ਉਦੋਂ ਤਖਤ ਤੇ ਬੈਠਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਮੁਗਲ ਰਾਜ ਦੀਆਂ ਜੜ੍ਹਾਂ ਪੱਟੀਆਂ ਗਈਆਂ। ਤੇ ਫਿਰ ਇਹ ਬਚਨ ਜਿਸ ਰਾਜੇ ਦੇ ਟਾਈਮ ਤੇ ਹੋਇਆ, ਸ਼ਾਸਨ ਕਾਲ ਸਮੇਂ ਹੋਇਆ, ਫਿਰ ਇਹ ਬਚਨ ਉਹਦੇ ਕਰਕੇ ਹੀ ਹੋਇਆ ਨਾ। ਜੇ ਉਹ ਰਾਜਾ ਹੀ ਨਾ ਹੁੰਦਾ ਜਾਂ ਪਾਪ ਨਾ ਹੁੰਦੇ ਤੇ ਐਸਾ ਬਚਨ ਨਾ ਨਿਕਲਦਾ। ਕਹਿਣ ਲੱਗੇ ਪਰਮਾਤਮਾ ਨੇ ਜਿਹਨੂੰ ਰਾਜਾ ਬਣਾਇਆ ਸੀ ਉਹ ਰਾਜਾ ਹੀ ਆਪਣੇ ਧਰਮ ਦਾ ਜਾਂ ਆਪਣੇ ਰਾਜ ਦਾ, ਆਪਣੇ ਰਾਜ ਨੂੰ ਗਵਾਉਣ ਦਾ ਵੈਰੀ ਬਣਿਆ ਹੈ। ਜਿਮ ਰਾਵਣ ਮਨ ਦੁਖੀ ਹੋਵਾ। ਸੋ ਕਹਿਣ ਲੱਗੇ ਇੱਕ ਰਾਵਣ ਨਾਮ ਦਾ ਗੁਰਮੁਖੋ ਰਾਜਾ ਹੋਇਆ ਪਹਿਲੇ ਯੁੱਗਾਂ ਦੇ ਵਿੱਚ। ਰਾਵਣ ਜਦੋਂ ਤਖਤ ਤੇ ਬੈਠਾ ਤੇ ਉਸਨੇ ਰਿਸ਼ੀ ਮੁਨੀਆਂ ਦੇ ਨਾਲ ਬੜਾ ਭਾਰੀ ਵੈਰ ਕੀਤਾ ਹੈ। ਰਾਜ ਰਾਖਸ਼ਨ ਘਰ ਤੇ ਖੋਵਾ। ਰਾਖਸ਼ਾਂ ਦੇ ਘਰ ਤੋਂ ਰਾਜ ਭਾਗ ਜਾਂਦਾ ਰਿਹਾ, ਪਰ ਉਹ ਗਿਆ ਤਾਂ ਕਿਉਂਕਿ ਰਾਵਣ ਨੇ ਗਵਾਇਆ। ਜਿਸ ਵੇਲੇ ਰਾਵਣ ਤਖਤ ਤੇ ਬੈਠਾ ਨਾ, ਰਾਜ ਤੇ ਬੈਠਾ, ਇਹਨੇ ਫਰਮਾਨ ਜਾਰੀ ਕੀਤਾ ਵੀ ਜਿੰਨੇ ਵੀ ਲੋਕ ਮੇਰੇ ਰਾਜ ਵਿੱਚ ਰਹਿੰਦੇ ਨੇ ਉਹ ਸਾਰੇ ਮੈਨੂੰ ਟੈਕਸ ਭਰਨਗੇ, ਕੋਈ ਵੀ ਨਹੀਂ ਛੱਡਣਾ ਹੈ। ਇਹਦੇ ਸਿਪਾਹੀ ਟੈਕਸ ਲੈਂਦਿਆਂ ਇੱਕ ਆਸ਼ਰਮ ਦੇ ਵਿੱਚ ਪਹੁੰਚ ਗਿਆ। ਉੱਥੇ ਬੜੇ ਭਾਰੀ ਤਪਸਵੀ 7 ਸਾਧੂ ਬੈਠੇ ਸਨ, ਬੰਦਗੀ ਕਰਦੇ ਪਏ। ਉਸ ਵੇਲੇ ਰਾਵਣ ਦੇ ਸਿਪਾਹੀਆਂ ਨੇ ਉਹਨਾਂ 7 ਸਾਧੂਆਂ ਨੂੰ ਆਖਿਆ ਵੀ ਟੈਕਸ ਤਾਰੋ, ਤੁਸੀਂ ਰਾਜੇ ਦੇ ਮਹਿਲ, ਰਾਜੇ ਦੇ ਰਾਜ ਵਿੱਚ ਰਹਿੰਦੇ ਹੋ। ਤੇ ਸਾਧੂਆਂ ਨੇ ਆਖਿਆ ਵੀ ਨਾ ਅਸੀਂ ਕੋਈ ਵਪਾਰ ਕਰਦੇ ਹਾਂ, ਨਾ ਅਸੀਂ ਕੋਈ ਧੰਦਾ ਕਰਦੇ ਹਾਂ, ਨਾ ਕੰਮ ਕਰਦੇ ਹਾਂ, ਅਸੀਂ ਤੇ ਮੰਗ ਕੇ ਪ੍ਰਸ਼ਾਦਾ ਛਕਦੇ ਹਾਂ ਤੇ ਨਾਮ ਜਪਦੇ ਹਾਂ, ਅਸੀਂ ਕਾਹਦਾ ਟੈਕਸ ਦਈਏ।
ਜਦੋਂ ਸਿਪਾਹੀਆਂ ਨੇ ਗੱਲ ਜਾ ਕੇ ਆਪਣੇ ਰਾਜੇ ਨੂੰ ਦੱਸੀ, ਰਾਜੇ ਨੇ ਅੱਗੋਂ ਜਵਾਬ ਇਹ ਦਿੱਤਾ ਵੀ ਭਾਵੇਂ ਤੁਸੀਂ ਕੰਮ ਕਰਦੇ ਹੋ ਭਾਵੇਂ ਨਹੀਂ ਕਰਦੇ ਹੋ, ਪਰ ਤੁਸੀਂ ਮੇਰੇ ਰਾਜ ਭਾਗ ਦੇ ਵਿੱਚ ਰਹਿ ਕੇ ਪਾਣੀ ਪੀਂਦੇ ਹੋ, ਮੇਰੇ ਰਾਜ ਭਾਗ ਵਿੱਚ ਰਹਿ ਕੇ ਪ੍ਰਸ਼ਾਦਾ ਛਕਦੇ ਹੋ, ਮੇਰੇ ਰਾਜ ਵਿੱਚ ਰਹਿ ਕੇ ਤੁਸੀਂ ਸਾਹ ਲੈਂਦੇ ਹੋ, ਇਹ ਮੇਰੇ ਰਾਜ ਭਾਗ ਵਿੱਚੋਂ ਸਭ ਕੁਝ ਤੁਹਾਨੂੰ ਮਿਲਦਾ ਪਿਆ, ਇਸ ਕਰਕੇ ਤੁਹਾਨੂੰ ਟੈਕਸ ਤੇ ਦੇਣਾ ਹੀ ਪਵੇਗਾ। ਜਦੋਂ ਦੁਬਾਰਾ ਸਖਤੀ ਕੀਤੀ ਤੇ ਉਹ ਮਹਾਤਮਾ ਜਿਹੜੇ 7 ਰਿਸ਼ੀ ਸਨ ਉਹ ਕਹਿਣ ਲੱਗੇ ਕਿ ਬਚਨ ਇਹ ਹੈ ਵੀ ਸਾਡੇ ਕੋਲ ਪੈਸਾ ਤੇ ਨਹੀਂ, ਪਰ ਤੇਰੇ ਰਾਜ ਵਿੱਚ ਰਹਿ ਕੇ ਜਿਹੜਾ ਅਸੀਂ ਪ੍ਰਸ਼ਾਦਾ ਛਕਿਆ, ਹਵਾ ਲਈ ਹੈ, ਪਾਣੀ ਪੀਤਾ, ਉਹਦੇ ਨਾਲ ਸਾਡੇ ਸਰੀਰ ਵਿੱਚ ਜਿਹੜਾ ਖੂਨ ਬਣਿਆ ਅਸੀਂ ਆਪਣਾ ਖੂਨ ਹੀ ਦੇ ਦਿੰਦੇ। ਰਾਜੇ ਨੇ ਕਿਹਾ ਠੀਕ ਹੈ, ਆਉਣ ਦਿਓ, ਮੈਨੂੰ ਖੂਨ ਵੀ ਮਨਜ਼ੂਰ ਹੈ। ਆਪਾਂ ਆਖਦੇ ਨਾ ਫਲਾਣਾ ਰਾਜਾ ਤੇ ਖੂਨ ਪੀਣੀ ਸਰਕਾਰ ਹੈ, ਇਹ ਰਾਜੇ ਖੂਨ ਪੀਂਦੇ। ਦੂਜੇ ਰਾਜੇ ਤੇ ਖੂਨ ਵੈਸੇ ਪੀਂਦੇ ਨੇ, ਰਾਵਣ ਨੇ ਸੱਚੀ ਮੁੱਚੀ ਪੀਤਾ ਕਢਾ ਕੇ ਖੂਨ। ਉਹਨਾਂ 7 ਸਾਧੂਆਂ ਨੇ ਆਪਣਾ ਖੂਨ ਕੱਢਿਆ, ਇੱਕ ਬਰਤਨ ਦੇ ਵਿੱਚ ਪਾ ਕੇ, ਕੁੱਜੇ ਦੇ ਵਿੱਚ ਪਾ ਕੇ ਦਿੱਤਾ, ਕਹਿਣ ਲੱਗੇ ਲਓ ਆ ਸਾਡਾ ਖੂਨ ਲੈ ਜਾਓ। ਤੇ ਨਾਲ ਹੀ ਉਹਨਾਂ ਦੇ ਮੂੰਹੋਂ ਸ਼ਰਾਫ ਨਿਕਲਿਆ, ਕਹਿਣ ਲੱਗੇ ਜਿੱਥੇ ਸਾਡਾ ਖੂਨ ਜਾਏਗਾ ਉੱਥੇ ਬਰਬਾਦੀ ਹੋਵੇਗੀ, ਉੱਥੇ ਕਾਲ ਹੀ ਪਵੇਗਾ, ਉੱਥੇ ਸਭ ਕੁਝ ਨਸ਼ਟ ਹੋ ਜਾਵੇਗਾ। ਜਿਹਨੇ ਸਾਧੂਆਂ ਨੂੰ ਦੁਖੀ ਕੀਤਾ ਉਹਨੂੰ ਕਦੇ ਸੁੱਖ ਨਹੀਂ ਮਿਲਦਾ। ਤੇ ਜਦੋਂ ਉਹ ਲੈ ਕੇ ਸਾਰਾ ਕੁਝ ਇਹਦੇ ਕੋਲ ਆ ਗਏ ਨਾ, ਜਦੋਂ ਬੰਦਾ ਪਾਪ ਕਰਦਾ ਫਿਰ ਬੰਦਾ ਸੋਚਦਾ ਵੀ ਪਾਪ ਦਾ ਫਲ ਮੈਨੂੰ ਨਾ ਮਿਲੇ, ਕਿਸੇ ਹੋਰ ਨੂੰ ਮਿਲੇ, ਪਾਪ ਮੈਂ ਕਰਾਂ ਫਲ ਕਿਸੇ ਹੋਰ ਨੂੰ ਮਿਲੇ। ਤੇ ਬੜੇ ਸਿਆਣੇ ਮੰਤਰੀ ਸਨ, ਉਹਨਾਂ ਨੇ ਆਖਿਆ ਰਾਜਾ ਇਸ ਤਰ੍ਹਾਂ ਕਰ, ਇਹ ਜਿਹੜਾ ਘੜਾ ਆਪਾਂ ਖੂਨ ਦਾ ਲੈ ਕੇ ਆਏ ਆ ਇਹਨੂੰ ਗੁਆਂਢੀ ਰਾਜੇ ਦੇ ਘਰੇ ਦੱਬ ਕੇ ਆਈਏ, ਉਹਦੇ ਰਾਜ ਵਿੱਚ ਦੱਬ ਦਈਏ, ਨਾਲੇ ਤੇ ਉਹ ਰਾਜਾ ਮਰ ਜਾਏਗਾ, ਕਿਉਂਕਿ ਸਾਧੂਆਂ ਦਾ ਸ਼ਰਾਪ ਹੈ ਨਾ ਵੀ ਜਿੱਥੇ ਜਾਏਗਾ ਉੱਥੇ ਕੋਈ ਰਵੇਗਾ ਨਹੀਂ। ਗੁਆਂਢੀ ਰਾਜੇ ਦੇ ਦੱਬ ਕੇ ਆਈਏ, ਨਾ ਰਾਜਾ ਗੁਆਂਢੀ ਰਵੇਗਾ, ਆਪਣਾ ਰਾਜ ਭਾਗ ਵੱਧ ਜਾਏਗਾ। ਗੁਆਂਢੀ ਰਾਜੇ ਦੇ ਦੱਬਿਆ। ਹਿੰਦੂ ਧਾਰਮਿਕ ਗ੍ਰੰਥ ਕਹਿੰਦੇ ਵੀ ਉਹ ਘੜਾ ਉਸ ਰਾਜੇ ਨੇ ਕੱਢਿਆ, ਉਹਦੇ ਬੇਟੀ ਪੈਦਾ ਹੋਈ, ਬੇਟੀ ਪ੍ਰਾਪਤ ਹੋਈ, ਬੇਟੀ ਵੱਡੀ ਹੋਈ, ਰਾਮਚੰਦਰ ਨਾਲ ਵਿਆਹੀ ਗਈ, ਨਾਮ ਸੀਤਾ ਰੱਖਿਆ ਗਿਆ। ਸੀਤਾ ਨੂੰ ਚੁੱਕ ਕੇ ਰਾਵਣ ਲੈ ਗਿਆ। ਸਾਧੂਆਂ ਦਾ ਵਤਨ ਸੀ, ਜਿੱਥੇ ਸਾਡਾ ਖੂਨ ਜਾਏਗਾ ਉੱਥੇ ਬਰਬਾਦੀ ਹੋਏਗੀ। ਉਹੀ ਸੀਤਾ ਜਿਹੜੀ ਹੈ ਉਹ ਰਾਵਣ ਦੇ ਰਾਜ ਦਾ ਅੰਤ ਬਣੀ। ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਵਣ, ਕਿਆ ਲੈ ਗਿਆ ਬਚਨ ਉਦਨ, ਰੋਵੈ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਆਏ। ਬਚਨ ਮਹਾਰਾਜ ਜੀਆਂ ਦੇ ਗੁਰਬਾਣੀ ਦੇ ਕਹਿਣ ਲੱਗੇ ਰਾਵਣ ਦਾ ਰਾਜ ਭਾਗ ਇਸ ਤਰ੍ਹਾਂ ਸਾਧੂਆਂ ਨੂੰ ਦੁਖੀ ਕਰਕੇ, ਸਾਧੂਆਂ ਦੀ ਬਦਦੁਆ ਲੈ ਕੇ, ਬਦਸੀਸ ਲੈ ਕੇ ਆਪਣਾ ਰਾਜ ਭਾਗ ਰਾਵਣ ਨੇ ਗਵਾਇਆ। ਬਿਲਕੁਲ ਉਹਦੇ ਨਕਸ਼ੇ ਕਦਮਾਂ ਤੇ ਚੱਲਦਾ ਪਿਆ ਔਰੰਗਜ਼ੇਬ, ਇਹ ਵੀ ਸਾਧੂਆਂ ਨੂੰ ਹੀ ਤੰਗ ਕਰਦਾ ਪਿਆ। ਇਹਨੇ ਧਰਮ ਦਾ ਕੋਈ ਆਗੂ ਨਹੀਂ ਛੱਡਿਆ, ਕੋਈ ਬੰਦਗੀ ਵਾਲਾ ਨਹੀਂ ਛੱਡਿਆ, ਕੋਈ ਸਿਮਰਨ ਵਾਲਾ ਨਹੀਂ ਛੱਡਿਆ, ਸਾਰਿਆਂ ਦੇ ਉੱਪਰ ਇਹਨੇ ਅਤਿਆਚਾਰ ਕੀਤਾ। ਪਰਮਾਤਮਾ ਨੇ ਤੇ ਔਰੰਗਜ਼ੇਬ ਨੂੰ ਰਾਜਾ ਬਣਾਇਆ, ਪਰ ਔਰੰਗਜ਼ੇਬ ਐਸਾ ਰਾਜਾ ਬਣਿਆ ਜਿਹੜਾ ਆਪਣੇ ਧਰਮ ਨੂੰ ਵੀ ਨਸ਼ਟ ਕਰੇਗਾ, ਆਪਣੇ ਧਰਮ ਦੇ ਰਾਜ ਨੂੰ ਵੀ ਖਤਮ ਕਰੇਗਾ। ਮੁਗਲਿਆ ਰਾਜ ਜਿਹੜਾ ਔਰੰਗਜ਼ੇਬ ਦੇ ਪਾਪਾਂ ਕਰਕੇ ਗਿਆ, ਤਾਂ ਇਹਦੇ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਭਾਈ ਸੰਤੋਖ ਸਿੰਘ ਜੀ ਉਦਾਹਰਨ ਦਿੰਦੇ ਨੇ, ਜਿਵੇਂ ਰਾਵਣ ਨੇ ਆਪਣਾ ਰਾਜ ਗਵਾਇਆ, ਆਪਣਾ ਕਿਲਾ ਗਵਾਇਆ, ਆਪਣੀਆਂ ਫੌਜਾਂ ਮਰਵਾਈਆਂ, ਸਭ ਕੁਝ ਬਰਬਾਦ ਕਰ ਲਿਆ। ਬਿਲਕੁਲ ਰਾਵਣ ਵੀ ਇਸੇ ਤਰ੍ਹਾਂ ਇਹ ਪਾਪ ਕਰਦਾ ਪਿਆ, ਰਾਜ ਇਹਦਾ ਵੀ ਨਹੀਂ ਰਹਿਣਾ। ਕਹਿਣ ਲੱਗੇ ਇਸ ਤਰ੍ਹਾਂ ਜਿਵੇਂ ਰਾਵਣ ਮੁਨ ਦੁਖੀ ਹੋਵਾ। ਤ੍ਰੇਤੇ ਯੁੱਗ ਦੇ ਵਿੱਚ ਇੱਕ ਰਾਵਣ ਨਾਮ ਦਾ ਰਾਜਾ ਜਿਹੜਾ ਰਿਸ਼ੀ ਮੁਨੀਆਂ ਨੂੰ ਦੁੱਖ ਦਿੰਦਾ, ਐਸਾ ਹੋਇਆ ਹੈ। ਰਾਜ ਰਾਖਸ਼ਨ ਕਰਤੇ ਖੋਵਾ। ਪਹਿਲਾਂ ਰਾਖਸ਼ਾਂ ਦੇ ਘਰ ਵਿੱਚ ਰਾਜ ਸੀ, ਪਰ ਉਹ ਰਾਜ ਇਸ ਰਾਵਣ ਦੇ ਪਾਪ ਕਰਕੇ ਸਦਾ ਵਾਸਤੇ ਜਾਂਦਾ ਰਿਹਾ ਹੈ। ਕਰੀ ਅਵਗਿਆ ਰਘੁਵਰ ਕੇਰੀ। ਇੱਥੇ ਹੀ ਬਸ ਨਹੀਂ, ਭਗਵਾਨ ਰਾਮਚੰਦਰ ਦੀ ਵੀ ਬੜੀ ਇਸ ਨੇ ਅਵਗਿਆ ਕੀਤੀ, ਨਿਰਾਦਰ ਕੀਤਾ। ਨਿਰਾਦਰ ਕਰਨਾ ਇਹ ਹੈ ਕਿ ਕਿਸੇ ਦੇ ਹੁੰਦਿਆਂ ਉਹਦੀ ਇਸਤਰੀ ਨੂੰ ਚੁੱਕ ਕੇ ਲੈ ਜਾਣਾ, ਇਸ ਤੋਂ ਵੱਡਾ ਬੇਇੱਜ਼ਤ ਕਰਨ ਵਾਲਾ, ਪਾਪ ਕਰਨ ਵਾਲਾ ਕੰਮ ਕਿਹੜਾ ਹੋ ਸਕਦਾ ਹੈ? ਪਰ ਇਹ ਰਾਵਣ ਨੇ ਕੀਤਾ ਹੈ। ਕਹਿਣ ਲੱਗੇ ਸਮੇਂ ਦੇ ਅਵਤਾਰ ਨੇ ਭਗਵਾਨ ਰਾਮਚੰਦਰ ਜੀ, ਉਹਨਾਂ ਦੀ ਅਵਗਿਆ ਇਸ ਰਾਵਣ ਨੇ ਕੀਤੀ ਹੈ। ਸਬਦ ਕੀ ਨਹਾਨ ਤਿਸ ਬੇਰੀ। ਅਤੇ ਉਸ ਵੇਲੇ ਇਸ ਨੇ ਜਿੰਨਾ ਵੀ ਯਤਨ ਕੀਤਾ ਭਗਵਾਨ ਰਾਮਚੰਦਰ ਨੂੰ ਨੀਵਾਂ ਵਿਖਾਉਣ ਦਾ ਕੀਤਾ। ਲੋਕ ਤਾਨੇ ਮਾਰਨ, ਲੋਕ ਮਿਹਣੇ ਮਾਰਨ ਵੀ ਰਾਮਚੰਦਰ ਆਪਣੇ ਆਪ ਨੂੰ ਅਵਤਾਰ ਖਵਾਉਂਦੇ ਨੇ, ਪਰ ਉਹਨਾਂ ਦੀ ਇਸਤਰੀ ਦਾ ਅਪਹਰਨ ਕਿਸੇ ਹੋਰ ਨੇ ਕਰ ਲਿਆ ਹੈ। ਐਡੀ ਵੱਡੀ ਬਦਨਾਮੀ ਦਵਾਈ ਦੁਨੀਆ ਦੇ ਵਿੱਚ। ਪਰ ਮਹਾਰਾਜ ਕਹਿਣ ਲੱਗੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਏ ਨਾ ਪਕੜੀਏ।
ਕਿਸੇ ਥਾਏ ਜਿਸ ਤਰ੍ਹਾਂ ਦਾ ਕੋਈ ਕਰਮ ਕਰਦਾ ਉਸ ਤਰ੍ਹਾਂ ਦਾ ਫਲ ਵੀ ਮਿਲਦਾ ਹੈ। ਤੇ ਫਿਰ ਉਨੀ ਹੀ ਹਾਨੀ ਉਹਦੇ ਬਰਾਬਰ ਰਾਵਣ ਦੀ ਹੋਈ। ਰਾਵਣ ਆਪ ਜੰਗ ਵਿੱਚ ਮਰਨ ਤੋਂ ਪਹਿਲਾਂ ਆਪਣੇ ਪੁੱਤਰਾਂ ਨੂੰ ਮਰਵਾ ਬੈਠਾ, ਆਪਣੇ ਪੋਤਰਿਆਂ ਨੂੰ ਮਰਵਾ ਬੈਠਾ। ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਲੰਕਾ, ਆਪਣਾ ਕਿਲਾ ਸੜਦਾ ਵੇਖਿਆ, ਆਪਣੀਆਂ ਫੌਜਾਂ ਮਰਦੀਆਂ ਵੇਖੀਆਂ। ਇੰਨਾ ਸਾਰਾ ਕੁਝ ਵੇਖਣ ਤੋਂ ਮਗਰੋਂ ਫਿਰ ਰਾਵਣ ਵੀ ਇਸ ਦੁਨੀਆ ਤੋਂ ਮਰ ਖੱਪ ਕੇ ਚਲਾ ਗਿਆ। ਜਿਵੇਂ ਇਸ ਨੇ ਕਰਮ ਕੀਤੇ ਉਵੇਂ ਦਾ ਫਲ ਰਾਵਣ ਨੂੰ ਮਿਲਿਆ। ਰਾਵਣ ਆਪਣਾ ਰਾਜ ਵੀ ਗਵਾ ਬੈਠਾ, ਰਾਜਧਾਨੀ ਪੁੱਤਰ ਵੀ ਮਰ ਗਿਆ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਇਹ ਗੁਰਬਾਣੀ ਦੇ ਫਰਮਾਨ ਨੇ। ਐਡੇ ਵੱਡੇ ਪਰਿਵਾਰ ਵਾਲਾ, 1 ਲੱਖ ਪੁੱਤਰ ਹੈ, 1.25 ਲੱਖ ਪੋਤਰਾ, ਐਡੀ ਵੱਡੀ ਤੇ ਘਰ ਦੀ ਫੌਜ ਬਣਾਈ ਬੈਠਾ। ਪਰ ਉਹਦੇ ਘਰ ਵਿੱਚ ਦੀਵਾ ਲਾਉਣ ਵਾਲਾ, ਕੋਈ ਚਾਨਣ ਕਰਨ ਵਾਲਾ, ਕੋਈ ਮਗਰੋਂ ਅੰਤਮ ਕਿਰਿਆ ਕਰਨ ਵਾਲਾ ਵੀ ਬਚਿਆ ਨਹੀਂ। ਸਭ ਕੁਝ ਖਾਨਾ ਕੂਚ ਹੀ ਹੋ ਗਿਆ। ਪਰ ਹੋਇਆ ਤਾਂ ਕਿਉਂਕਿ ਪਾਪ ਕੀਤਾ ਹੈ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਜਿਵੇਂ ਰਾਵਣ ਨੇ ਆਪਣਾ ਰਾਜ ਗਵਾਇਆ, ਇਸੇ ਤਰ੍ਹਾਂ ਔਰੰਗਜ਼ੇਬ ਵੀ ਅੱਜ ਪਾਪ ਕਰਦਾ ਪਿਆ। ਸਮਾਂ ਆਵੇਗਾ ਔਰੰਗਜ਼ੇਬ ਵੀ ਆਪਣਾ ਰਾਜ ਗਵਾਉਣ ਦਾ ਕਾਰਨ ਬਣਨਾ ਹੈ। ਸਬਦ ਕੀਨ ਹਾਨ ਤਿਸ ਬੇਰੀ। ਇਸੇ ਤਰ੍ਹਾਂ ਕਹਿਣ ਲੱਗੇ ਔਰੰਗਜ਼ੇਬ ਵੀ ਉਹਦੇ ਵਾਂਗ ਆਪਣਾ ਰਾਜ ਭਾਗ ਨਸ਼ਟ ਕਰਨਾ ਚਾਹੁੰਦਾ ਹੈ। ਭਰੀ ਅਵਗਿਆ ਤਿਮ ਸਤਿਗੁਰ ਕੀ। ਜਿਵੇਂ ਰਾਮਚੰਦਰ ਦੀ ਅਵਗਿਆ ਕੀਤੀ ਹੈ ਰਾਵਣ ਨੇ, ਨਰਾਦਰੀ ਕੀਤੀ ਹੈ, ਰਾਜ ਗਵਾਇਆ, ਬਿਲਕੁਲ ਇਸੇ ਤਰ੍ਹਾਂ ਔਰੰਗਜ਼ੇਬ ਨੇ ਵੀ ਗੁਰੂ ਘਰ ਦੀ ਬੜੀ ਅਵਗਿਆ ਕੀਤੀ, ਬੜੀ ਨਰਾਦਰੀ ਕੀਤੀ ਹੈ। ਕਦੇ ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ ਸੁਨੇਹਾ ਭੇਜਦਾ, ਮੇਰੇ ਕੋਲ ਆਓ, ਮੇਰੇ ਨਾਲ ਵਾਰਤਾਲਾਪ ਕਰੋ। ਸਤਿਗੁਰੂ ਆਪ ਨਹੀਂ ਜਾਂਦੇ ਪਰ ਆਪਣੇ ਪੁੱਤਰ ਨੂੰ ਭੇਜਦੇ, ਜਾ ਕੇ ਬਾਦਸ਼ਾਹ ਨਾਲ ਵਾਰਤਾਲਾਪ ਕਰੋ। ਜਦੋਂ ਸਤਿਗੁਰੂ ਸੱਚਖੰਡ ਚਲੇ ਜਾਂਦੇ ਫਿਰ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੂੰ ਸੱਦਾ ਭੇਜਦਾ, ਆਓ ਮੈਨੂੰ ਆ ਕੇ ਮਿਲੋ। ਸਤਿਗੁਰਾਂ ਨੇ ਬਚਨ ਆਖਿਆ ਵੀ ਅਸੀਂ ਦਿੱਲੀ ਤੇ ਆ ਸਕਦੇ ਪਰ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਾਂਗੇ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਿੱਲੀ ਪਹੁੰਚੇ, ਸੰਗਤਾਂ ਨੂੰ ਦਰਸ਼ਨ ਦਿੱਤੇ, ਬਖਸ਼ਿਸ਼ਾਂ ਕੀਤੀਆਂ, ਪਰ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇ। ਆਪਣਾ ਸਰੀਰ ਛੱਡ ਕੇ ਸੱਚਖੰਡ ਚਲੇ ਗਏ। ਉਸ ਤੋਂ ਮਗਰੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਤਖਤ ਤੇ ਗੁਰਤਾ ਗੱਦੀ ਤੇ ਬੈਠੇ। ਜਦੋਂ ਗੁਰੂ ਪਾਤਸ਼ਾਹ ਬੈਠੇ ਗੁਰਤਾ ਗੱਦੀ ਤੇ ਫਿਰ ਸੁਨੇਹਾ ਆ ਗਿਆ, ਮਹਾਰਾਜ ਤੁਸੀਂ ਹੁਣ ਆ ਕੇ ਮਿਲੋ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪੰਜਾਬ ਤੋਂ ਚੱਲ ਕੇ ਆਗਰੇ ਪਹੁੰਚੇ। ਪਹਿਲਾਂ ਆਗਰੇ ਵਿੱਚ ਕੈਦ ਕੀਤਾ, ਫਿਰ ਉਥੋਂ ਕੈਦ ਦੇ ਸਮੇਤ ਹੀ ਮਹਾਰਾਜ ਨੂੰ ਦਿੱਲੀ ਲਿਆਂਦਾ ਗਿਆ। ਫਿਰ ਦਿੱਲੀ ਲਿਆ ਕੇ ਕੈਦ ਕੀਤਾ ਹਵੇਲੀ ਦੇ ਵਿੱਚ, ਫਿਰ ਜੇਲ੍ਹ ਦੇ ਵਿੱਚ ਕੈਦ ਕੀਤਾ। ਉਸ ਤੋਂ ਮਗਰੋਂ ਫਿਰ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ ਮਹਾਰਾਜ ਜੀਆਂ ਨੂੰ। ਕਈ ਤਰ੍ਹਾਂ ਦੇ ਤਸੀਹੇ ਤੇ ਦੁੱਖ ਜਿਹੜੇ ਨੇ ਔਰੰਗਜ਼ੇਬ ਸਰਕਾਰ ਵੱਲੋਂ ਦਿੱਤੇ ਗਏ ਅਤੇ ਸਤਿਗੁਰਾਂ ਦੀ ਘੋਰ ਨਰਾਦਰੀ ਕਰਨੀ ਚਾਹੁੰਦਾ ਹੈ। ਪਰ ਸਤਿਗੁਰੂ ਸਮਰੱਥ ਨੇ, ਸਰਬੱਗ ਨੇ। ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਫਿਰ ਸ਼ਹੀਦੀ ਹੋਈ। ਕਹਿਣ ਤੋਂ ਭਾਵ ਇਹ ਹੈ ਕਿ ਰਾਵਣ ਨੇ ਤੇ ਇੱਕ ਦੁਨੀਆ ਦੇ ਪੈਗੰਬਰ ਨੂੰ ਨਰਾਦਰ ਕਰਨ ਦਾ ਯਤਨ ਕੀਤਾ ਹੈ। ਔਰੰਗਜ਼ੇਬ ਨੇ ਤੇ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੂੰ ਬੁਲਾਇਆ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਬੁਲਾਇਆ। ਬੜਾ ਨੀਵਾਂ ਵਿਖਾਉਣ ਦਾ ਯਤਨ ਕਰਦਾ ਹੈ, ਆਪਣੀ ਈਨ ਮਨਾਉਣ ਦਾ ਯਤਨ ਕਰਦਾ ਹੈ। ਕਿਸੇ ਵੀ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋਇਆ, ਪਰ ਆਪਣੇ ਵੱਲੋਂ ਨਰਾਦਰੀ ਕਰਨੀ ਚਾਹੁੰਦਾ ਹੈ। ਜਿਵੇਂ ਰਾਵਣ ਦਾ ਰਾਜ ਨਹੀਂ ਰਿਹਾ, ਕਹਿਣ ਲੱਗੇ ਔਰੰਗਜ਼ੇਬ ਦਾ ਵੀ ਰਾਜ ਇਸੇ ਤਰ੍ਹਾਂ ਨਸ਼ਟ ਹੋਣਾ ਹੈ। ਕੋ ਕੁਮਤ ਕਹੈ ਤਿਸ ਉਰ ਕੀ। ਇਸ ਦੇ ਮਨ ਦੀ ਕਿਹੜੀ ਕਿਹੜੀ ਮਾੜੀ ਮੱਤ ਦਸੀਏ। ਇੰਨੇ ਔਗਣ ਨੇ, ਇੱਕ ਔਗਣ ਦਾ ਜ਼ਿਕਰ ਕਰਾਂਗੇ ਤੇ ਦੂਜਾ ਹੋਰ ਨਿਕਲ ਆਵੇਗਾ। ਕਿੰਨੇ ਕਿੰਨੇ ਪਾਪ ਔਰੰਗਜ਼ੇਬ ਨੇ ਕੀਤੇ। ਧਾਰਮਿਕ ਸਥਾਨ ਭਾਵੇਂ ਕਿਸੇ ਵੀ ਧਰਮ ਦਾ ਹੈ, ਉਸ 'ਤੇ ਸਜਦਾ ਕਰਨਾ ਬਣਦਾ, ਨਮਸਕਾਰ ਕਰਨੀ ਬਣਦੀ ਹੈ। ਪਰ ਔਰੰਗਜ਼ੇਬ ਨੇ ਹਿੰਦੂ ਮੰਦਰਾਂ ਨੂੰ ਢਾਹ ਕੇ ਮਲੀਆ ਮੇਟ ਕਰਕੇ ਵੀ ਉੱਥੇ ਮਸੀਤਾਂ ਉਸਾਰੀਆਂ ਗਈਆਂ। ਮੰਦਰਾਂ ਦਾ ਇੱਟਾਂ ਨੂੰ ਰਗੜ ਕੇ ਤੋੜ ਕੇ ਚੂਨਾ ਬਣਾ ਕੇ ਮਸੀਤਾਂ ਨੂੰ ਲਾਇਆ ਗਿਆ। ਬੜੇ ਬੜੇ ਇਤਿਹਾਸਕ ਮੰਦਰ ਜਿਹੜੇ ਸਨ, ਜਿਵੇਂ ਕਿ ਵੱਡੇ ਵੱਡੇ ਸ਼ਹਿਰਾਂ ਵਿੱਚ ਜਿਵੇਂ ਕਾਂਸ਼ੀ ਹੈ, ਜਿਵੇਂ ਜੈਪੁਰ ਹੈ, ਜਿਵੇਂ ਗੁਰਮੁਖੋ ਦੇਹਰਾਦੂਨ ਹੈ, ਜਿਵੇਂ ਹਰਿਦੁਆਰ ਹੈ, ਇਹਨਾਂ ਵੱਡੇ ਸਥਾਨਾਂ ਦੇ ਉੱਪਰ ਜਿਹੜੇ ਮੰਦਰ ਬਣੇ ਸਨ, ਜਿਵੇਂ ਥਨੇਸ਼ਰ ਹੈ, ਉਹਨਾਂ ਮੰਦਰਾਂ ਨੂੰ ਢਾਇਆ ਗਿਆ। ਜਿਹੜੇ ਇਤਿਹਾਸਕ ਸਥਾਨ ਸਨ ਹਿੰਦੂ ਮਤ ਦੇ, ਢਾਹ ਕੇ ਉੱਥੇ ਮਸੀਤਾਂ ਉਸਾਰੀਆਂ ਗਈਆਂ। ਐਸੇ ਪਾਪ ਔਰ ਇਕੱਲੇ ਹਿੰਦੂ ਧਰਮ ਦੇ ਨਹੀਂ, ਬਾਕੀ ਧਰਮਾਂ ਨੂੰ ਵੀ ਇਹਨੇ ਕੋਈ ਰਿਆਇਤ ਨਹੀਂ ਦਿੱਤੀ ਹੈ। ਬਾਕੀਆਂ ਦੇ ਨਾਲ ਵੀ ਇਸੇ ਤਰ੍ਹਾਂ ਹੀ ਕੀਤਾ। ਕਦੇ ਕਿਤੇ ਸੰਤ ਕਤਲ ਕਰ ਦਿੱਤਾ ਹੈ, ਕਦੇ ਵੇਸਵਾ ਪਾਣੀ ਵਿੱਚ ਡੋਬ ਦਿੱਤੀਆਂ, ਕਦੇ ਕੋਈ ਸੂਫੀ ਫਕੀਰਾਂ ਨੂੰ ਤੇਲ ਦੇ ਕੜਾਹੇ ਵਿੱਚ ਪਾ ਦਿੱਤਾ, ਕਦੇ ਸ਼ਰਮਦ ਵਰਗੇ ਫਕੀਰ ਜਿਹੜੇ ਸਨ
ਉਹ ਨੰਗੇ ਕਰਕੇ ਬਿਲਕੁਲ ਉਹਨਾਂ ਦੇ ਕੱਪੜੇ ਲੁਹਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਵਾਇਆ, ਜਿਸ ਪਿੰਜਰੇ ਦੇ ਵਿੱਚ ਖੜਾ ਨਾ ਜਾਵੇ। ਇਸ ਤਰ੍ਹਾਂ ਦਾ ਪਿੰਜਰਾ ਬਣਵਾ ਲਿਆ, ਕਹਿ ਕੇ ਕਾਰੀਗਰ ਦੇ ਕੋਲੋਂ ਕਿ ਸਿੱਧਾ ਲੱਕ ਕਰਕੇ ਖੜਾ ਨਾ ਹੋ ਸਕੇ। ਇਹੋ ਜਿਹਾ ਪਿੰਜਰਾ ਬਣਾਉਣ ਵੇਲੇ ਧਿਆਨ ਰੱਖਣਾ ਹੈ ਕਿ ਮਨੁੱਖ ਉਹਦੇ ਵਿੱਚ ਚੌਂਕੜਾ ਮਾਰ ਕੇ ਜਾਂ ਪੈਰਾਂ ਭਾਰ ਵੀ ਬੈਠ ਨਾ ਸਕੇ। ਇਹੋ ਜਿਹਾ ਪਿੰਜਰਾ ਬਣਾਉਣਾ ਹੈ ਜਿਹਦੇ ਵਿੱਚ ਮਨੁੱਖ ਕਦੇ ਪਾਸਾ ਲੈ ਕੇ ਲੰਮਾ ਵੀ ਨਾ ਪੈ ਸਕੇ। ਇਸ ਤਰ੍ਹਾਂ ਦੇ ਪਿੰਜਰੇ ਦੇ ਵਿੱਚ ਮਹਾਰਾਜ ਨੂੰ ਕਈ ਦਿਨ ਬੰਦ ਰੱਖਿਆ। ਸਤਿਗੁਰੂ ਉੱਥੇ ਪਿੰਜਰੇ ਦੇ ਵਿੱਚ ਕੈਦ ਹੋਏ ਬਚਨ ਕਰਦੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ। ਇਹ ਬਚਨ ਮਹਾਰਾਜ ਨੇ ਉੱਥੇ ਬੈਠਿਆਂ ਹੀ ਬਖਸ਼ਿਸ਼ ਕੀਤੇ। ਕਹਿਣ ਤੋਂ ਭਾਵ ਔਰੰਗਜ਼ੇਬ ਦਾ ਕਿਹੜਾ ਕਿਹੜਾ ਪਾਪ ਗਿਣੀਏ, ਗਿਣੇ ਹੀ ਨਹੀਂ ਜਾ ਸਕਦੇ। ਕਿੰਨੇ ਇਸ ਪਾਪੀ ਰਾਜੇ ਨੇ ਦੁਨੀਆ ਤੇ ਪਾਪ ਕੀਤੇ ਹਨ। ਤਿਮ ਸਤਿਗੁਰ ਦਸਵੇਂ ਪਾਤਸ਼ਾਹ। ਦੇਖੋ ਇਸੇ ਤਰ੍ਹਾਂ ਦਸਵੇਂ ਗੁਰੂ ਪਾਤਸ਼ਾਹ ਬੜੇ ਸਰਬੱਗ ਨੇ, ਬੜੇ ਸਮਰੱਥ ਨੇ। ਮਹਾਰਾਜ ਦਾ ਬਚਨ ਹੈ, ਛਤਰੀ ਕੋ ਪੂਤ ਹੋ ਬਾਹਮਣ ਕੋ ਨਾਹੇ। ਅਸੀਂ ਤੇ ਜਿਵੇਂ ਦੀ ਭਾਸ਼ਾ ਕੋਈ ਸਾਡੇ ਨਾਲ ਬੋਲੇਗਾ ਅਸੀਂ ਤੇ ਉਵੇਂ ਦਾ ਹੀ ਅੱਗੋਂ ਜਵਾਬ ਦੇਵਾਂਗੇ। ਤਗੜੇ ਨੂੰ ਤਗੜੇ ਹੋ ਕੇ ਟੱਕਰਾਂਗੇ, ਨਿਮਰਤਾ ਵਾਲੇ ਨੂੰ ਨਿਮਰਤਾ ਵਾਲੇ ਨਾਲ ਟੱਕਰਾਂਗੇ। ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬਿਰਾਜੇ ਹਨ, ਕਰਿਓ ਬਿਨਾਸ਼ਨ ਸਭ ਬਿਦਤਾਂ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਫਿਰ ਉਸ ਔਰੰਗਜ਼ੇਬ ਦਾ ਰਾਜ ਸਾਰੇ ਤਰੀਕਿਆਂ ਨਾਲ ਹੀ ਨਾਸ਼ ਕਰ ਦਿੱਤਾ। ਰਹਿ ਨਹੀਂ ਕੋਈ ਨਹੀਂ ਦਿੱਤਾ, ਨਾ ਰਾਜ ਭਾਗ ਰਿਹਾ, ਨਾ ਰਾਜਧਾਨੀ ਰਹੀ, ਨਾ ਦਿੱਲੀ ਵਿੱਚ ਆ ਕੇ ਸੌਂ ਸਕਿਆ। ਐਡੀ ਭੈੜੀ ਮੌਤ ਮਰਿਆ ਕਿ ਇਸ ਤਰ੍ਹਾਂ ਦੀ ਮੌਤ ਹੋ ਸਕਦਾ ਕਦੇ ਵੀ ਸੰਸਾਰ ਵਿੱਚ ਕਿਸੇ ਨੂੰ ਨਾ ਆਈ ਹੋਵੇ ਜਿਹੜੀ ਮੌਤ ਔਰੰਗਜ਼ੇਬ ਨੂੰ ਆਈ ਹੈ। ਐਸੀ ਭੈੜੀ ਮੌਤ ਇਹ ਬਾਦਸ਼ਾਹ ਮਰ ਕੇ ਦੁਨੀਆ ਤੋਂ ਕੂਚ ਕੀਤਾ। ਇਹ ਸਜ਼ਾ ਜਿਹੜੀ ਹੈ ਦਸਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਬਖਸ਼ੀ ਹੈ। ਇਸ ਔਰੰਗਜ਼ੇਬ ਦੇ ਕੋਲ ਭਾਈ ਨੰਦ ਲਾਲ ਜੀ ਨੌਕਰੀ ਕਰਦੇ ਪਏ। ਹੁਣ ਜਿਹਨੇ ਕੋਈ ਨਹੀਂ ਛੱਡਿਆ ਉਹ ਨੰਦ ਲਾਲ ਨੂੰ ਵੀ ਨਹੀਂ ਛੱਡੇਗਾ, ਕੋਈ ਨਾ ਕੋਈ ਬਿਪਤਾ ਤੇ ਖੜੀ ਕਰੇਗਾ। ਭਾਈ ਨੰਦ ਲਾਲ ਦੇ ਅੱਗੇ ਬਿਪਤਾ ਕਿਵੇਂ ਆਉਂਦੀ ਹੈ, ਗੁਰੂ ਪਾਤਸ਼ਾਹ ਦੀ ਰੱਖਿਆ ਕਿਵੇਂ ਕਰਨਗੇ, ਉਹ ਇਤਿਹਾਸ ਆਪਾਂ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬੇਨਤੀ ਹੈ ਕਿ ਬਾਹਰ ਬਰਾਂਡੇ ਦੇ ਵਿੱਚ ਕੁਝ ਚਾਦਰਾਂ ਧੋਣ ਵਾਲੀਆਂ ਪਈਆਂ ਨੇ ਗੁਰੂ ਘਰ ਦੀਆਂ। ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਸੰਗਤਾਂ ਲਿਜਾ ਸਕਦੀਆਂ ਨੇ ਚਾਦਰਾਂ ਧੋ ਕੇ ਲਿਆਉਣ ਦੀ ਕਿਰਪਾਲਤਾ ਕਰਨੀ। ਲੇਖਾ ਹੈ ਕਥਾ ਹੈ ਨਾ ਛੂਟੀ ਹੈ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।